ਵਾਸਤੇ ਭਾਈ ਕਰਨਵੀਰ ਸਿੰਘ ਜੀ, ਭਾਈ ਮਨਿੰਦਰ ਸਿੰਘ ਹੋਰਾਂ ਦੇ ਸਮੇਤ ਹਾਜ਼ਰ ਹੋ ਗਏ ਨੇ ਤੇ ਗੁਰਮੁਖਾਂ ਦੇ ਕੋਲੋਂ ਆਓ ਸਾਧ ਸੰਗਤ ਜੀ ਕਥਾ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਜੇ ਉਪਮਾ ਸ੍ਰੀ ਨਾਥ ਕੀ ਗਾਏ ਹੈ, ਤੇ ਭਵ ਫਾਸ ਨਾ ਫੇਰ ਪਰੈਗੇ। ਆਰਤ ਜਗ ਕਰੈ ਹਰ ਹੇਤੁ, ਰਰੈ ਸ੍ਰੀ ਨਾਥ ਨਿਸ਼ਚੈ ਕੈ ਤਰੈਗੇ। ਪੂਜ ਬੇਜੋਗ ਨਾ ਔਰ ਹੈ ਦੂਸਰ, ਏਕ ਗੋਪਾਲ ਗੋਪਾਲ ਕਰੈਗੇ। ਯਹ ਲੋਕ ਸੁਖੀ ਪਰਲੋਕ ਖਲਾਸ, ਅਕਾਲ 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 ਕਰੈਗੇ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ, ਕਹਾ ਭੁਲਿਓ ਰੇ ਝੂਠੇ ਲੋਭ ਲਾਗ। ਕਛੁ ਬਿਗੜਿਓ ਨਾਹਿਨ ਅਜੈ ਜਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਹਜੂਰ ਨੇ ਬਖਸ਼ੀਆਂ ਹਨ। ਸਰਬੱਤ ਸੰਗਤਾਂ ਹਜੂਰ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਲੋਕ ਪ੍ਰਲੋਕ ਦੇ ਖੁਸ਼ੇ ਪ੍ਰਾਪਤ ਕਰਕੇ ਨਿਹਾਲ ਹੋ ਰਹੇ ਹਨ। ਸੇਵ ਕਰੋ ਕਰੁਣਾ ਨਿਧ ਕੀ, ਜਿਹ ਸਰੇਵਤ ਚਾਰ ਪਦਾਰਥ ਪਈਐ। ਹਜੂਰ ਫਰਮਾਉਂਦੇ ਹਨ ਬਾਜਾਂ ਵਾਲੇ ਪਿਤਾ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸੇਵਾ ਕਰਨ ਨਾਲ ਚਾਰੇ ਹੀ ਪਦਾਰਥ ਧਰਮ ਅਰਥ ਕਾਮ ਮੋਕਸ਼ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੇ ਹਨ। ਨਾਮ ਲੀਏ ਜਮ ਤਰਾਸ ਮਿਟੈ, ਕਲ ਕਾਲ ਨਸੈ ਹਰ ਸਰਣ ਸਧਈਐ। ਮਹਾਰਾਜ ਜੀਆਂ ਦਾ ਨਾਮ ਲੈਣ ਨਾਲ ਹੀ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ, ਕਾਲ ਨਸ ਜਾਂਦਾ ਹੈ, ਹਰੀ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਲੋਕ ਪ੍ਰਲੋਕ ਸਭੈ ਸੁਧਰੈ, ਹਰ ਭਗਤ ਪ੍ਰਾਪਤ ਹੋਏ ਧਿਆਈਐ। ਇਹ ਲੋਕ ਦੇ ਵੀ ਸੁਖ ਗੁਰੂ ਕੇ ਸਿੱਖਾਂ ਨੂੰ ਮਿਲਦੇ ਹਨ ਤੇ ਪ੍ਰਲੋਕ ਦੇ ਵਿੱਚ ਵੀ ਜੈ ਜੈਕਾਰਾਂ ਹੁੰਦੀਆਂ ਹਨ। ਹਰੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਦਾਸ ਗੋਬਿੰਦ ਫਤਿਹ ਸਤਿਗੁਰ ਕੀ,
ਐਸੋ ਪ੍ਰਭ ਛੋੜ ਅਵਰ ਕਤ ਜਾਈਐ। ਹਜੂਰ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਕਲਯੁਗੀ ਜੀਵਾਂ ਵਾਸਤੇ ਤਖਤ ਤੇ ਸ਼ਸਤਰਾਂ ਸਹਿਤ ਹਜੂਰ ਸੱਜ ਬੈਠੇ ਹਨ। ਮਹਾਰਾਜ ਜੀ ਕਹਿੰਦੇ ਹਨ, ਐਸੇ ਪ੍ਰਭੂ ਨੂੰ ਛੱਡ ਕੇ ਅਵਰ ਕਤ ਜਾਈਏ। ਹੇ ਸੰਸਾਰੀ ਲੋਕੋ, ਹੋਰ ਕਿੱਥੇ ਚਲੇ ਜਾਈਏ। ਮਹਾਰਾਜ ਜੀਆਂ ਦੀ ਕਥਾ ਸ਼ਰਵਣ ਕਰਨ ਵਾਸਤੇ ਹਰ ਕੀ ਕਥਾ ਰਿਦ ਮਾਹੇ ਬਸਾਈ। ਮਨ ਬਾਂਛਤ ਸਗਲੇ ਫਲ ਪਾਈ। ਜੋ ਗੁਰਸਿੱਖ ਪ੍ਰੇਮ ਦੇ ਨਾਲ ਹਰੀ ਦੀ ਕਥਾ ਸੁਣਦੇ ਹਨ, ਮਹਾਰਾਜ ਜੀਆਂ ਦੀ ਗੁਰਬਾਣੀ ਦੀ ਕਥਾ ਸੁਣਦੇ ਹਨ, ਹਜੂਰ ਕਹਿੰਦੇ ਹਨ ਕੋਈ ਸ਼ੰਕਾ ਨਾ ਮਨ ਵਿੱਚ ਰੱਖਿਆ ਜੇ। ਜਿੰਨੇ ਵੀ ਮਨ ਦੇ ਵਿੱਚ ਤੁਹਾਡੀ ਬਾਂਛਨਾ ਇੱਛਾਵਾਂ ਹਨ, ਸਗਲੀਆਂ ਪੂਰੀਆਂ ਹੋ ਜਾਂਦੀਆਂ ਹਨ। ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਜੋ ਹਰੀ ਦੀ ਕਥਾ ਨੂੰ ਸਾਧ ਸੰਗਤ ਜੀ ਪ੍ਰੇਮ ਨਾਲ ਫਿਰ ਗੁਰਸਿੱਖ ਸੁਣਦੇ ਨਹੀਂ, ਪੀਂਦੇ ਨੇ, ਤ੍ਰੇ ਲੈਂਦੀ ਹੈ ਉਹਨਾਂ ਦੀ। ਨਿਤਾ ਪ੍ਰਤੀ ਸਮੇਂ ਸਿਰ ਆ ਕੇ ਹਜੂਰ ਦਾ ਜਸ ਸੁਣਦੇ ਨੇ। ਹਜੂਰ ਕਹਿੰਦੇ ਹਨ ਫਿਰ ਉਹ ਅਮਰਾ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਸੱਚਖੰਡ ਵਿੱਚ ਹਜੂਰ ਦੇ ਚਰਣਾ ਕਮਲਾਂ ਵਿੱਚ ਉਹਨਾਂ ਨੂੰ ਨਿਵਾਸ ਮਿਲਦਾ ਹੈ। ਹਜੂਰ ਕਿਸੇ ਨੇ ਚੱਖ ਕੇ ਵੇਖਿਆ ਹੈ। ਮਹਾਰਾਜ ਜੀ ਕਹਿੰਦੇ ਹਨ, ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ। ਜਿਹੜੇ ਹਜੂਰ ਦੇ ਭਗਤ ਹਨ, ਹਜੂਰ ਦੇ ਚਰਣਾ ਕਮਲਾਂ ਦੇ ਭੌਰੇ ਹਨ। ਮਹਾਰਾਜ ਜੀ ਕਹਿੰਦੇ ਹਨ, ਹਰੀ ਦੇ ਨਾਮ ਤੋਂ ਬਿਨਾਂ, ਕਥਾ ਕੀਰਤਨ ਤੋਂ ਬਿਨਾਂ, ਮਹਾਰਾਜ ਜੀ ਕਹਿੰਦੇ ਹਨ ਉਹਨਾਂ ਨੂੰ ਕੁਛ ਮਿੱਠਾ ਹੀ ਨਹੀਂ ਲੱਗਦਾ। ਹਜੂਰ ਸੰਸਾਰੀ ਪਦਾਰਥ, ਹਜੂਰ ਕਹਿੰਦੇ ਹਨ ਕਛੂ ਨਾ ਮੀਠਾ। ਆਣ ਸੁਆਦ ਸਭ ਫੀਕਿਆ ਕਰ ਨਿਰਨੋ ਡੀਠਾ। ਉਹਨਾਂ ਨੇ ਨਿਰਣਾ ਕਰਕੇ ਵੇਖ ਲਿਆ ਹੈ, ਤਕੜੀ 'ਚ ਤੋਲ ਕੇ ਦੇਖ ਰਿਹਾ ਹੈ ਕਿ ਸੰਸਾਰ ਦੇ ਸਭ ਫਲ ਫਿੱਕੇ ਹਨ। ਇਹ ਉਹਨਾਂ ਨੇ ਹਜੂਰ ਕਹਿੰਦੇ ਹਨ ਨਿਰਣਾ ਕੀਤਾ ਹੈ। ਜੀਵ ਸਾਧ ਸੰਗਤ ਜੀ ਪੰਜਾਂ ਇੰਦਰੀਆਂ ਕਰਕੇ ਵਿਕਾਰਾਂ ਦੇ ਫਲ ਮਿੱਠੇ ਲੱਗਦੇ ਹਨ। ਜੀਵ ਦੇ ਰਸਾਂ ਵਿੱਚ ਫਸਿਆ ਹੈ। ਪਰ ਹਜੂਰ ਕਹਿੰਦੇ ਹਨ ਹਰ ਬਿਨ ਅਵਰ ਨਾ ਲੱਗ ਗਈ, ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਅਗਿਆਨ ਭਰਮ ਦੁੱਖ ਕੱਟਿਆ, ਗੁਰ ਭਏ ਬਸੀਠਾ। ਫਿਰ ਹਜੂਰ ਦੀ ਸ਼ਰਨ ਵਿੱਚੋਂ ਜਦੋਂ ਆਏ, ਉਹਨਾਂ ਨੇ ਨਿਰਣਾ ਕਿਵੇਂ ਕੀਤਾ। ਹਜੂਰ ਕਹਿੰਦੇ ਹਨ ਸ਼ਬਦ ਦੀ ਕਮਾਈ ਕੀਤੀ, ਜਿੰਦੇ ਕਰਕੇ ਉਹਨਾਂ ਦਾ ਅਗਿਆਨ ਕੱਟਿਆ ਗਿਆ। ਅੱਖਾਂ ਦੇ ਅੱਗੇ ਜੋ ਭਰਮ ਸੀ ਉਹ ਕੱਟਿਆ ਗਿਆ। ਸਭ ਦੁੱਖ ਦੂਰ ਹੋ ਗਏ, ਗੁਰ ਭਏ ਬਸੀਠਾ। ਹਜੂਰ ਉਹਨਾਂ ਦੀ ਵਕੀਲ ਬਣ ਕੇ ਹਜੂਰ ਨੇ ਗਵਾਹੀ ਦਿੱਤੀ। ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ। ਫਿਰ ਉਹਨਾਂ ਨੂੰ ਐਸਾ ਰੰਗ ਚੜਿਆ, ਮਜੀਠੀ ਰੰਗ ਚੜ ਗਿਆ, ਜੋ ਕਹਿੰਦੇ ਹਨ ਸਾਧ ਸੰਗਤ ਜੀ ਰੰਗ ਨਹੀਂ ਉਤਰਦਾ। ਕੱਪੜੇ ਚਾਹੇ ਪਾੜ ਜਾਣ ਉਹਨਾਂ ਦੇ, ਭਾਵ ਜਿਸ ਤਰ੍ਹਾਂ ਪੱਕਾ ਰੰਗ ਉਹਨਾਂ ਨੂੰ ਚੜ ਗਿਆ। ਹਜੂਰ ਕਹਿੰਦੇ ਹਨ ਜਿਉ ਪ੍ਰਾਣ ਤਨ ਮਨ ਪ੍ਰਭੂ, ਬਿਨਸੈ ਸਭ ਝੂਠਾ। ਉਹਨਾਂ ਨੇ ਜਾਣ ਲਿਆ ਹੈ ਸਾਡੀ ਜਿੰਦ ਕੀ ਹੈ। ਸਾਡੀ ਜਿੰਦ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸਾਡੇ ਪ੍ਰਾਣ ਹਨ, ਸਾਡੇ ਪ੍ਰਾਣ ਹਵਾ ਨਹੀਂ। ਕਹਿੰਦੇ ਹਨ ਮਹਾਰਾਜ ਜੀਆਂ ਦੀ ਬਾਣੀ ਹੈ। ਇਹ ਤਨ ਮੇਰੇ ਬਲ ਕਰਕੇ ਨਹੀਂ ਚੱਲਦਾ, ਹਜੂਰ ਨੇ ਸੱਤਾ ਬਖਸ਼ੀ ਹੈ ਮਣਾ, ਇਸ ਕਰਕੇ ਚੱਲਦਾ ਹੈ। ਇਹ ਮਨ ਕਿੰਦਾ ਵਿਚਾਰਾ ਹੈ ਜੇ ਤੇਰੇ ਵਸ ਵਿੱਚ ਨਹੀਂ ਹੈਗਾ। ਹਜੂਰ ਨੇ ਕਿਰਪਾ ਕੀਤੀ, ਇਹ ਸਭ ਪ੍ਰਭੂ ਹੈ। ਉਹਨਾਂ ਨੇ ਨਿਰਣਾ ਕਰਕੇ ਡਿੱਠ ਲਿਆ ਹੈ। ਆਓ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਬਸੰਤ ਰਾਗ ਦੇ ਵਿੱਚ ਅੱਜ ਹਜੂਰ ਪੰਜਵਾਂ ਸ਼ਬਦ ਉਚਾਰਨ ਕਰਦੇ ਹਨ, ਲਗਭਗ 5 ਸ਼ਬਦ ਹਜੂਰ ਨੇ ਬਸੰਤ ਰਾਗ ਵਿੱਚ ਉਚਾਰੇ ਹਨ। ਬਸੰਤ ਰਾਗ ਨੂੰ ਭਾਗ ਲਾਉਂਦੇ ਹੋਏ ਹਜੂਰ ਸਾਧ ਸੰਗਤ ਜੀ ਜਿਹੜੇ ਸਾਡੇ ਸੁੱਕੇ ਹਿਰਦੇ ਹਨ, ਇਹਨਾਂ ਵਿੱਚ ਮਹਾਰਾਜ ਜੀ ਖੜਾ ਭਰਦੇ ਹਨ। ਆਓ ਸਾਧ ਸੰਗਤ ਜੀ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਨੂੰ ਹਜੂਰ ਭਾਗ ਲਾ ਰਹੇ ਹਨ। ਗੁਰਸਿੱਖ ਸੰਗਤਾਂ ਸੱਜ ਬੈਠਦੀਆਂ ਹਨ। ਮਹਾਰਾਜ ਜੀਆਂ ਦੇ ਦਰਸ਼ਨ ਕਰ ਕਰਕੇ ਨਿਰਣਾ ਹੋ ਰਿਹਾ ਹੈ ਮਣਾ, ਸਭ ਸਵਾਦ ਫਿੱਕੇ ਨੇ। ਹਜੂਰ ਦੇ ਦਰਸ਼ਨਾਂ ਵਰਗਾ ਤਾਂ ਕੋਈ ਮਿੱਠਾ ਪਾਣੀ ਨਹੀਂ ਹੈਗਾ। ਹਜੂਰ ਦੇ ਦਰਸ਼ਨਾਂ ਵਰਗਾ ਕੋਈ ਸੁੱਖ ਨਹੀਂ ਹੈਗਾ। ਜਿਸ ਤਰ੍ਹਾਂ ਹਜੂਰ ਦੀ
ਸਾਧ ਸੰਗਤ ਜੀ, ਸੰਗਤ ਵਿੱਚ ਆਇਆ ਬੰਦੇ ਨੂੰ ਸ਼ਾਂਤੀ ਦੀਆਂ ਕਿਰਨਾਂ ਪ੍ਰਾਪਤ ਹੁੰਦੀਆਂ ਹਨ। ਹਜੂਰ ਦੇ ਦਰਸ਼ਨ ਕਰਦੀਆਂ ਸੰਗਤਾਂ ਹਜੂਰ ਦੇ ਮੁਖ ਤੋਂ ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ ਕਿਰਪਾ ਦ੍ਰਿਸ਼ਟ ਕੇ ਸਾਥ ਹਜੂਰ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਦੇ ਹਨ। ਨਾਲ ਸਾਧ ਸੰਗਤ ਜੀ ਕੱਲੇ ਕੱਲੇ ਦਾ ਨਾਮ ਹਜੂਰ ਨੂੰ ਯਾਦ ਹੈ, ਹਜੂਰ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਹਨ। ਕਿਉਂਕਿ ਸਾਧ ਸੰਗਤ ਜੀ ਜਿਹਨੂੰ ਹਜੂਰ ਬਖਸ਼ਣਾ ਚਾਹਣ, ਬੰਦਾ ਸੋਚਦਾ ਹੈ ਅੱਜ ਮੈਂ ਲੰਘਦਾ ਸੀ ਵੈਸੇ ਹੀ ਆ ਗਿਆ, ਪਰ ਨਹੀਂ ਸਾਧ ਸੰਗਤ ਜੀ, ਜਿਹ ਸਤਿਗੁਰ ਸੋ ਪ੍ਰਸੰਨ ਸ਼ਬਦ ਲਗ ਭਵਜਲ ਤਾਰੈ। ਜਿਨ੍ਹਾਂ ਤੇ ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਹਨ, ਸ਼ਬਦ ਨਾਲ ਲਾ ਕੇ ਉਹਨਾਂ ਨੂੰ ਇਸ ਸੰਸਾਰ ਤੋਂ ਪਾਰ ਉਤਾਰ ਦਿੰਦੇ ਹਨ। ਹਜੂਰ ਦੇ ਦਰਬਾਰ ਦਾ ਧਰੀਏ ਧਿਆਨ, ਦੋਨੋਂ ਹੱਥ ਜੋੜ ਕੇ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ। ਬਸੰਤ ਰਾਗ ਨੂੰ ਹਜੂਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਗ ਲਾ ਰਹੇ ਹਨ। ਸਾਧ ਸੰਗਤ ਜੀ, ਪਿਛਲਾ ਸ਼ਬਦ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਉਚਾਰਿਆ ਸੀ, ਮਨ ਕਹਾਂ ਵਿਸਾਰਿਓ RAM ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਮੇਰਿਆ ਮਣਾ ਝਾਤੀ ਮਾਰ ਕੇ ਦੇਖ, ਤੂੰ ਕਿਹਨਾਂ ਵਾਸਤੇ RAM ਦਾ ਨਾਮ ਵਿਸਾਰ ਛੱਡਿਆ ਹੈ। ਜਦੋਂ ਤੇਰੀ ਦੇਹੀ ਬਿਨਸਣੀ ਹੈ, ਤੈਨੂੰ ਜਮਾਂ ਨਾਲ ਤੈਨੂੰ ਕਹਿੰਦੇ ਹਨ ਵਾਹ ਪਵੇਗਾ। ਜਿਸ ਤਰ੍ਹਾਂ ਭਗਤ ਜੀ ਉਚਾਰਦੇ ਹਨ, ਫਰੀਦਾ ਦੋਹੀਂ ਦੀਵੀ ਬੁਲੰਦਿਆ, ਮਲਕ ਬੈਠਾ ਆਏ। ਇਹ ਤੇਰੇ ਦੋਵੇਂ ਦੀਵੇ ਜੋ ਨੇਤਰ ਹਨ। ਹੁਣ ਤਾਂ ਕਹਿੰਦਾ ਹੈ ਕਿੰਨੇ ਧਰਮ ਰਾਜਾ ਵੇਖਿਆ ਹੈ। ਹਜੂਰ ਦੀ ਗੁਰਬਾਣੀ ਗਵਾਹੀ ਦਿੰਦੀ ਹੈ ਕਿ ਫਰੀਦਾ ਦੋਹੀਂ ਦੀਵੇ ਬੁਲੰਦਿਆ, ਇਹ ਤੇਰੇ ਦੋਵੇਂ ਨੇਤਰ ਵੇਖ ਰਹੇ ਹੋਣਗੇ। ਮਲਕ ਬੈਠਾ ਆਏ, ਧਰਮ ਰਾਜਾ ਤੇਰੇ ਨੇਤਰਾਂ ਦੇ ਸਾਹਮਣੇ ਖੜਾ ਹੋਵੇਗਾ। ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਤੇਰੇ ਇਸ ਸਰੀਰ ਦੇ ਵਿੱਚੋਂ ਤੇਰੇ ਪ੍ਰਾਣ ਕੱਢ ਕੇ ਲੈ ਜਾਵੇਗਾ ਤੇ ਤੇਰੇ ਦੀਵੇ ਬੁਝ ਜਾਣਗੇ। ਤੈਨੂੰ ਫਿਰ ਨਿਰਣਾ ਹੋਵੇਗਾ ਮਣਾ, ਮਨ ਕਹਾਂ ਵਿਸਾਰਿਓ RAM ਨਾਮ। ਕਿੰਨਾ ਕਰਕੇ ਤੂੰ ਹਰੀ ਦਾ ਨਾਮ ਵਿਸਾਰ ਛੱਡਿਆ ਹੈ। ਹਜੂਰ ਨੇ ਸਾਧ ਸੰਗਤ ਜੀ ਆਖਿਆ ਸੀ, ਜਦੋਂ ਜਮਾਂ ਨਾਲ ਤੇਰਾ ਵਿਆਹ ਪਿਆ ਉਦੋਂ ਤੈਨੂੰ ਪਤਾ ਲੱਗੇਗਾ। ਜਗ ਧੂਏ ਕਾ ਪਹਾੜ, ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਫਰਮਾਇਆ ਸੀ, ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕਿਹ ਵਿਚਾਰ। ਇਹ ਸੰਸਾਰ ਧੂਏ ਦੇ ਪਹਾੜ ਦੀ ਨਿਆਈ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੂਏ ਦਾ ਪਹਾੜ ਅਣਹੋਆ ਹੁੰਦਾ ਹੈ। ਹਰੀ ਚੰਦ ਦੀ ਨਗਰੀ, ਜਿਹਨੂੰ ਗੰਧਰਬਾ ਨਗਰੀ ਕਹਿੰਦੇ ਹਨ, ਜਿਸ ਸਮੇਂ ਸਾਧ ਸੰਗਤ ਜੀ ਆਕਾਸ਼ ਦੇ ਵਿੱਚ ਨਗਰੀ ਜੀ ਪ੍ਰਤੀਤ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਹਨ ਇਹ ਸੰਸਾਰ ਐਸਾ ਹੈ, ਧਨ ਦਾਰਾ ਸੰਪਤ ਗ੍ਰਹਿ, ਕਛ ਸੰਗ ਨਾ ਚਾਲੈ ਸਮਝ ਲੇਹ। ਮਹਾਰਾਜ ਜੀ ਫਰਮਾਉਂਦੇ ਹਨ ਤੇਰੇ ਸਭ ਤੋਂ ਲਾਗੇ ਕੀ ਹੈ। ਮਹਾਰਾਜ ਜੀ ਮੈਂ ਧਨ ਬਹੁਤ ਕਮਾਇਆ ਹੈ। ਹਜੂਰ ਕਹਿੰਦੇ ਹਨ ਕਛ ਸੰਗ ਨਾ ਚਾਲੈ ਸਮਝ ਲੈ। ਫਿਰ ਮਹਾਰਾਜ ਜੀ ਕਹਿੰਦੇ ਹਨ ਉਸ ਤੋਂ ਲਾਗੇ ਦੇਖ। ਮਹਾਰਾਜ ਜੀ ਮੇਰੀ ਘਰ ਦੀ ਦਾਰਾ ਇਸਤਰੀ ਹੈ। ਮਹਾਰਾਜ ਜੀ ਕਹਿੰਦੇ ਹਨ ਨਾਲ ਜਾਵੇਗੀ। ਨਹੀਂ ਮਹਾਰਾਜ ਅੱਜ ਤਿੱਕਰ ਤਾਂ ਕੋਈ ਲੈ ਕੇ ਹੀ ਨਹੀਂ ਗਿਆ। ਕਛ ਸੰਗ ਨਾ ਚਾਲੈ ਸਮਝ ਲੇਹ। ਫਿਰ ਮਹਾਰਾਜ ਜੀ ਕਿਹਾ, ਮਹਾਰਾਜ ਜੀਆਂ ਨੇ ਕਿਹਾ ਸਾਰੀ ਉਮਰ ਕਿੱਥੇ ਗਵਾ ਦਿੱਤੀ। ਮਹਾਰਾਜ ਜੀ ਸਰੀ ਚ ਕੋਠੀ ਪਾ ਲਈ ਹੈ। ਹਜੂਰ ਕਹਿੰਦੇ ਹਨ ਨਾਲ ਜਾਏਗੀ। ਨਹੀਂ ਮਹਾਰਾਜ ਜੀ ਇਹ ਵੀ ਨਹੀਂ ਜੇ ਨਾਲ ਜਾਣੀ। ਕਛ ਸੰਗ ਨਾ ਚਾਲੈ ਸਮਝ ਲਏ। ਫਿਰ ਹਜੂਰ ਪੁੱਛਦੇ ਹਨ ਮਨ ਕਹਾਂ ਵਿਸਾਰਿਓ RAM ਨਾਮ। ਕਿੰਦੇ ਵਾਸਤੇ ਤੂੰ ਹਰੀ ਦਾ ਨਾਮ ਵਿਸਾਰ ਛੱਡਿਆ ਹੈ। ਅੱਗੇ ਹਜੂਰ ਨੇ ਸਾਧ ਸੰਗਤ ਜੀ ਫਿਰ ਫਰਮਾਇਆ ਸੀ, ਇੱਕ ਭਗਤ ਨਾਰਾਇਣ ਹੋਏ ਸੰਗ। ਇੱਥੇ ਤਿੱਕਰ ਆਪ ਜੀਆਂ ਨੇ ਸ਼ਬਦ ਦੀ ਕਥਾ ਸਰਵਣ ਕੀਤੀ ਸੀ। ਸਮਾਂ ਹੋ ਗਿਆ ਸੀ। ਆਓ ਸਾਧ ਸੰਗਤ ਜੀ ਇੱਥੋਂ ਸ਼ੁਰੂ ਕਰ ਦੋ। ਇੱਕ ਭਗਤ ਨਾਰਾਇਣ ਹੋਏ ਸੰਗ। ਮਹਾਰਾਜ ਜੀਆਂ ਨੇ ਇਹ ਦੋਨੋਂ ਸ਼ਬਦ ਸਾਧ ਸੰਗਤ ਜੀ ਇੱਕੋ ਪ੍ਰਕਰਨ ਤੇ ਰੱਖੇ ਸੀ। ਇੱਕ ਭਗਤ ਨਾਰਾਇਣ
ਨਾਰਾਇਣ ਸਾਧ ਸੰਗਤ ਜੀ ਨਰਾਂ ਦੇ ਵਿੱਚ ਆਇਣ ਜਿਸ ਦਾ ਘਰ ਹੈ ਹਰੇਕ ਦੇ ਵਿੱਚ ਵਸਦਾ ਹੈ। ਨਾਰਾਇਣ ਰਾਇਣ ਰਾਤ ਨੂੰ ਕਹਿੰਦੇ ਹਨ, ਜਿੱਥੇ ਅਗਿਆਨ ਰੂਪੀ ਰਾਤ ਨਹੀਂ ਹੈਗੀ ਗਿਆਨ ਹੈ। ਇਸੇ ਤਰ੍ਹਾਂ ਨਰ ਆਰਾਇਣ, ਇਸੇ ਤਰ੍ਹਾਂ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਅਰ ਨਾਮ ਵੈਰੀ ਦਾ, ਭਾਵ ਜੋ ਇਹ ਵੈਰੀ ਹੈ ਮਹਾਰਾਜ ਜੀ ਕਹਿੰਦੇ ਹਨ ਉਸ ਦੇ ਵਿੱਚ ਕੋਈ ਕਾਮ ਕ੍ਰੋਧ ਆਦਿਕ ਵੈਰੀ ਨਹੀਂ ਹੈਗੇ। ਉਸ ਰਾਮ ਦੀ ਭਗਤੀ ਨੇ ਤੇਰੇ ਨਾਲ ਜਾਣਾ ਹੈ। ਕਹੋ ਨਾਨਕ ਭਜਤ ਹੈ ਏਕ ਰੰਗ। ਜਿਸ ਸਮੇਂ ਹਜੂਰ ਨੇ ਫਰਮਾਇਆ ਸੀ ਮਣਾ ਤੇਰੇ ਨਾਲ ਕੀ ਜਾਣਾ ਹੈ, ਉਸ ਸਮੇਂ ਸਾਧ ਸੰਗਤ ਜੀ ਗੁਰਸਿੱਖਾਂ ਨੇ ਹੱਥ ਜੋੜ ਕੇ ਆਖਿਆ ਸੀ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਨਾਲ ਕੀ ਜਾਣਾ ਹੈ। ਹਜੂਰ ਨੇ ਕਿਹਾ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਾਲ ਜਾਏਗੀ। ਕਹੋ ਨਾਨਕ ਭਜ ਤੇਹ ਏਕ ਰੰਗ, ਇੱਕ ਰੰਗ ਵਿੱਚ ਰੰਗ ਕੇ, ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਦੱਸਿਆ ਸੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਭਗਤ ਧਰੂ ਜੀਆਂ ਨੇ ਜਪਿਆ ਹੈ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀਆਂ ਨੇ ਜਪਿਆ ਹੈ। ਸਾਧ ਸੰਗਤ ਜੀ ਜਿਸ ਸਮੇਂ ਧਰੂ ਭਗਤ ਜੀ ਘਰ ਵਿੱਚ ਆਉਂਦੇ ਹਨ, ਆਪਣੇ ਪਿਤਾ ਦੀ ਗੋਦੀ ਵਿੱਚ ਬੈਠਦੇ ਹਨ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ ਬਾਂਹ ਤੋਂ ਫੜ ਕੇ ਭਗਤ ਧਰੂ ਜੀਆਂ ਨੂੰ ਜਿਸ ਤਰ੍ਹਾਂ ਉਠਾ ਦਿੱਤਾ, ਕਿਹਾ ਜੇ ਤੂੰ ਰਾਜੇ ਦੀ ਗੋਦੀ ਦਾ ਸੁੱਖ ਮਾਣਨਾ ਸੀ ਮੇਰੀ ਕੁੱਖੋਂ ਜਨਮ ਲੈਣਾ ਸੀ। ਉਸ ਸਮੇਂ ਸਾਧ ਸੰਗਤ ਜੀ ਆਪਣੀ ਮਾਂ ਪਾਸ ਜਾ ਕੇ ਭਗਤ ਜੀ ਕਹਿੰਦੇ ਹਨ ਮਾਤਾ ਤੂੰ ਇਸ ਘਰ ਵਿੱਚ ਪਟਰਾਣੀ ਹੈ ਕਿ ਗੋਲੀ। ਮਾਤਾ ਕਹਿੰਦੀ ਹੈ ਮੈਂ ਹੈਗੀ ਤਾਂ ਪਟਰਾਣੀ ਹਾਂ, ਪਰ ਮੇਰੀ ਗੋਲੀਆਂ ਵਾਲੀ ਹਾਲਤ ਇਸ ਕਰਕੇ ਹੋ ਰਹੀ ਹੈ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮਾਤਾ ਕਹਿੰਦੀ ਹੈ ਮੈਂ ਭਗਤੀ ਨਹੀਂ ਕੀਤੀ। ਭਗਤ ਜੀ ਪੁੱਛਦੇ ਹਨ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਤਾ ਜੀਆਂ ਨੂੰ ਪੁੱਛਦੇ ਹਨ ਮਾਤਾ ਜੀ ਕਿਹੜੇ ਉਦਮ ਕਰਨ ਨਾਲ ਸਾਨੂੰ ਫਿਰ ਰਾਜ ਪ੍ਰਾਪਤ ਹੋਵੇਗਾ। ਛਤਰੀਆਂ ਤੋਂ ਸਭ ਵੈਰੀਆਂ ਤੋਂ ਭਾਵ ਸਾਡੇ ਮਿੱਤਰ ਬਣ ਜਾਣ। ਮਾਤਾ ਨੇ ਸਿੱਖਿਆ ਦਿੱਤੀ ਸੀ ਸਾਧ ਸੰਗਤ ਜੀ, ਇਹ ਨਹੀਂ ਸਿੱਖਿਆ ਦਿੱਤੀ ਕਿ ਤੂੰ ਇਹਨਾਂ ਨੂੰ ਮਾਰ ਦੇਈਂ ਜਾਂ ਕੁਝ। ਮਾਤਾ ਨੇ ਸ਼ੁਭ ਸਿੱਖਿਆ ਦਿੱਤੀ ਸੀ ਪਰਮੇਸ਼ਰ ਆਰਾਧੀਐ ਜਿੱਦੋ ਹੋਈਏ ਪਤਤ ਪਨੀਤਾ। ਮਾਤਾ ਨੇ ਕਿਹਾ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ, ਜਿਸ ਦੇ ਜਪਣ ਨਾਲ ਵੱਡੇ ਵੱਡੇ ਪਾਪੀਆਂ ਦਾ ਵੀ ਭਲਾ ਹੋ ਜਾਂਦਾ ਹੈ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਨ ਦੇ ਵਿੱਚ ਵਿਰਾਗ ਹੋ ਗਿਆ ਸੀ। 5 ਬਰਖ ਕੋ ਅਨਾਥ ਧਰੂ ਬਾਰਕ, ਹਜੂਰ ਦੀ ਗੁਰਬਾਣੀ ਗਵਾਹੀ ਦਿੰਦੀ ਹੈ। 5 ਸਾਲ ਦੀ ਆਯੂ ਸੀ ਭਗਤ ਧਰੂ ਜੀਆਂ ਦੀ, ਜਿਸ ਸਮੇਂ ਜੰਗਲ 'ਚ ਤਪ ਕਰਨ ਗਏ। ਅੱਗੋਂ ਸਾਧ ਸੰਗਤ ਜੀ ਨਾਰਦ ਮੁਨੀ ਜੀ ਜਿਸ ਤਰ੍ਹਾਂ ਇਹਨਾਂ ਨੂੰ ਮਿਲਦੇ ਹਨ, ਨਾਰਦ ਜੀ ਕਹਿੰਦੇ ਹਨ ਜਿਸ ਤਰ੍ਹਾਂ ਨਾਰਦ ਜੀਆਂ ਨੂੰ ਪਤਾ ਲੱਗ ਗਿਆ ਇਸ ਦੇ ਮਸਤਕ ਤੇ ਬੰਦਗੀ ਦੇ ਭਾਗ ਹਨ, ਇਹ ਭਗਤ ਹਨ। ਇਸ ਸਮੇਂ ਦੇ ਵਿੱਚ ਨਾਰਦ ਮੁਨੀ ਨੇ ਆਖਿਆ ਜੰਗਲ ਵਿੱਚ ਸ਼ੇਰ ਹੁੰਦੇ ਨੇ, ਬੜੇ ਜਾਨਵਰ ਹੁੰਦੇ ਨੇ, ਤੈਨੂੰ ਖਾ ਜਾਣਗੇ। ਜਿਸ ਸਮੇਂ ਭਗਤ ਧਰੂ ਜੀਆਂ ਨੇ ਸੁਣਿਆ ਕਿਹਾ ਹੈ ਜਿਹਨੂੰ ਅਰਾਧਨ ਤੁਰਿਆ ਹਾਂ, ਜੇ ਉਹਦੇ ਹੋਏ ਸ਼ੇਰ ਖਾ ਜਾਣ, ਉਹਦੀ ਸ਼ਰਨ ਵਿੱਚ ਗਿਆ ਨੂੰ ਫਿਰ ਉਹਦੀ ਸ਼ਰਨ ਵਿੱਚ ਜਾਣ ਦਾ ਕੀ ਲਾਭ। ਐਸਾ ਮਨ ਵਿੱਚ ਦ੍ਰਿੜ ਜਿਸ ਤਰ੍ਹਾਂ ਸਾਧ ਸੰਗਤ ਜੀ ਵਿਸ਼ਵਾਸ ਦੇਖਿਆ, ਐਸੀ ਭਗਤੀ ਕੀਤੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਹੇ ਹੈਰਾਨੋ। ਮਹਾਰਾਜ ਜੀ ਕਹਿੰਦੇ ਹਨ ਫਿਰ ਭਗਤ ਧਰੂ ਜੀਆਂ ਨੇ ਅਚਲ ਪਦਵੀ ਨੂੰ ਪਾਉਣਾ ਕੀਤਾ। ਜਿਸ ਸਮੇਂ ਸਾਧ ਸੰਗਤ ਜੀ ਉਸ ਰਾਜੇ ਨੇ ਪਿੱਛੋਂ ਆਣ ਕੇ ਫਿਰ ਭਗਤ ਧਰੂ ਜੀਆਂ ਨੂੰ ਸੱਦਿਆ। ਕਈ ਸਾਲ ਲਗਭਗ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ 36,000 ਵਰਾ ਜਿਸ ਤਰ੍ਹਾਂ ਉਹਨਾਂ ਨੇ ਫਿਰ ਸਾਧ ਸੰਗਤ ਜੀ ਉੱਥੇ ਰਾਜ ਕਮਾਇਆ। ਉਸ ਤੋਂ ਉਪਰੰਤ ਅੱਜ ਸਾਧ ਸੰਗਤ ਜੀ ਧਰੂ ਭਗਤ ਜੀਆਂ ਦੀ ਪਰਿਕਰਮਾ ਸਾਰਾ ਤਾਰਾ ਮੰਡਲ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਨ ਨਿਰਭੈ ਪਦਵੀ ਨੂੰ ਪਾਉਣਾ ਕੀਤਾ। ਜਗ ਹੈਰਾਨ ਹੋ ਕੇ ਦੇਖਦਾ ਹੈ, ਇੱਕ ਰੰਗ ਹੋ ਕੇ ਐਸੀ ਪ੍ਰੇਮ ਤੇ ਸ਼ਰਧਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਵੀ ਧਿਆਇਆ ਕਰ। ਅੱਗੇ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਕਿਰਪਾ ਕਰਦੇ ਹਨ। ਬਸੰਤ ਮਹੱਲਾ ਨਾਵਾ। ਬਸੰਤ ਰਾਗ ਨੂੰ ਹਜੂਰ ਭਾਗ ਲਾ ਰਹੇ ਹਨ।
ਬਸੰਤ ਰਾਗ ਵੀ ਅੱਜ ਖੁਸ਼ ਹੋਇਆ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਬਸੰਤ ਰਾਗ ਦਾ ਵੀ ਭਲਾ ਕਰ ਦਿੱਤਾ ਹੈ। ਮਹੱਲਾ ਨਾਵਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੁੱਕੇ ਹੋਏ ਹਿਰਦਿਆਂ ਨੂੰ ਅੱਜ ਖੇੜੇ ਵਿੱਚ ਲੈ ਕੇ ਆ ਰਹੇ ਹਨ। ਕਹਾ ਭੁੱਲਿਓ ਰੇ ਝੂਠੇ ਲੋਭ ਲਾਗ। ਮਹਾਰਾਜ ਜੀ ਸਾਨੂੰ ਪੁੱਛਦੇ ਹਨ, ਸਾਧ ਸੰਗਤ ਜੀ, ਕਹਾਂ ਭੁੱਲਿਓ ਰੇ ਸਾਨੂੰ ਸੰਬੋਧਿਤ ਹੋ ਕੇ, ਹੇ ਜੀਵ, ਕਿੱਥੇ ਤੂੰ ਭੁੱਲ ਗਿਆ ਹੈ ਇਸ ਝੂਠੇ ਲੋਭ ਦੇ ਵਿੱਚ ਲੱਗ ਕੇ। ਕਛੂ ਬਿਗੜਿਓ ਨਾਹਿਨ ਅਜੈ ਜਾਗ। ਮਹਾਰਾਜ ਜੀ, ਪਾਪੀ ਹਾਂ ਹਜੂਰ, ਲੋਭ ਵਿੱਚ ਲੱਗ ਜਾਂਦੇ ਹਾਂ, ਪਰ ਹਜੂਰ ਸਾਡੀ ਗਤੀ ਹੋ ਸਕਦੀ ਹੈ। ਹਜੂਰ ਫਰਮਾਉਂਦੇ ਹਨ, ਕਛ ਬਿਗੜਿਓ ਨਾਹਿਨ ਅਜਹੂ ਜਾਗ। ਹਜੇ ਵੀ ਦੇਖ, ਕੁਝ ਨਹੀਂ ਵਿਗੜਿਆ, ਹਜੇ ਵੀ ਜਾਗ ਜਾ, ਹਜੇ ਵੀ ਤੇਰੇ ਪਾਸ ਸਵਾਸ ਹਨ, ਹੁਣੇ ਹੀ ਬੰਦਗੀ ਕਰਨ ਲੱਗ ਜਾ। ਇਸੇ ਤਰ੍ਹਾਂ ਆਰੰਭ ਤੋਂ ਹੀ ਕਹਾ ਭੁੱਲਿਓ ਰੇ ਝੂਠੇ ਲੋਭ ਲਾਗ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਨਿੰਦਰਾ ਭੋਜਨ ਭੋਗ ਪੈ, ਇਹ ਪਸ਼ੂ ਪੁਰਖ ਸਮਾਨ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਪਸ਼ੂ ਹੁੰਦੇ ਹਨ, ਪਸ਼ੂ ਤੇ ਜੀਵ ਦੇ ਵਿੱਚ ਜਿਸ ਤਰ੍ਹਾਂ ਸਮਾਨ ਇੱਕ ਚੀਜ਼ਾਂ ਹਨ, ਨਿੰਦਰਾ ਸਾਧ ਸੰਗਤ ਜੀ ਮਨੁੱਖ ਵੀ ਲੈਂਦਾ ਹੈ, ਪਸ਼ੂ ਵੀ ਨੀਂਦ ਲੈਂਦੇ ਹਨ। ਭੋਜਨ ਪਸ਼ੂ ਵੀ ਰੱਜ ਕੇ ਖਾਂਦੇ ਹਨ, ਬੰਦਾ ਵੀ ਸਾਧ ਸੰਗਤ ਜੀ ਰੱਜ ਕੇ ਖਾ ਲੈਂਦਾ ਹੈ। ਭੋਗ ਪਸ਼ੂ ਵੀ ਭੋਗਦੇ ਹਨ, ਬੰਦਾ ਵੀ ਭੈ। ਜਿਸ ਤਰ੍ਹਾਂ ਬੰਦਾ ਵੀ ਆਪਣੇ ਵੱਡੇ ਤੋਂ ਡਰਦਾ ਹੈ, ਇਸੇ ਤਰ੍ਹਾਂ ਪਸ਼ੂ ਵੀ ਡਰਦੇ ਹਨ। ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਣ। ਪਰ ਸਾਧ ਸੰਗਤ ਜੀ ਜਿਹੜਾ ਬੰਦੇ ਨੂੰ ਹਜੂਰ ਨੇ ਗਿਆਨ ਬਖਸ਼ਿਆ ਹੈ, ਇਹ ਇਸ ਦੇ ਵਿੱਚ ਵੱਧਤਾਈ ਹੈ, ਅਦਕਤਾ ਹੈ। ਪਰ ਗਿਆਨ ਤੋਂ ਬਿਨਾ ਹਜੂਰ ਫਰਮਾਉਂਦੇ ਹਨ ਕਿ ਬੰਦਾ ਪਸ਼ੂ ਦੀ ਨਿਆਈ ਹੈ। ਜਗ ਰਚਨਾ ਅਦਭੁਤ ਰਚੀ, ਬ੍ਰਹਮ ਮਾਇਕ ਆਹੇ, ਕਹਿ ਅੰਮ੍ਰਿਤ ਕਹਿ ਬਿਖਮਈ, ਨਿਰਨੋ ਹੋਵਤ ਨਾਹੇ। ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ਾਸਤਰ ਗ੍ਰੰਥ ਆਦਿਕ ਧਾਰਮਿਕ ਫਰਮਾਉਂਦੇ ਹਨ, ਐਸੀ ਹਜੂਰ ਨੇ ਰਚਨਾ ਰਚ ਦਿੱਤੀ ਹੈ। ਕਿੱਥੇ ਅੰਮ੍ਰਿਤਮਈ ਰਚਨਾ ਹੈ, ਕਿੱਥੇ ਜ਼ਹਿਰ ਦੀ ਨਿਆਈ, ਬੰਦੇ ਤੋਂ ਨਿਰਣਾ ਹੀ ਨਹੀਂ ਹੁੰਦਾ। ਐਸੀ ਅਸ਼ਚਰਜ ਰਚਨਾ ਕੀਤੀ ਹੈ, ਜਿਹੜੇ ਚੀਜ਼ਾਂ ਨੂੰ ਬੰਦਾ ਜਿੱਥੋਂ ਸੁੱਖ ਭਾਲਦਾ ਹੈ, ਹਜੂਰ ਕਹਿੰਦੇ ਹਨ ਉੱਥੇ ਸੁੱਖ ਨਹੀਂ ਹੈਗਾ। ਮਹਾਰਾਜ ਜੀਆਂ ਨੇ ਦੱਸਿਆ ਸੀ, ਹਰਿ ਕੋ ਨਾਮ ਸਦਾ ਸੁਖਦਾਈ। ਪਰ ਸਾਧ ਸੰਗਤ ਜੀ ਹਰੀ ਦਾ ਨਾਮ ਬੰਦੇ ਨੇ ਬਿਖਮਈ ਜ਼ਹਿਰ ਦੇ ਸਮਾਨ ਸਮਝਿਆ ਹੈ। ਕੈਸੀ ਰਚਨਾ, ਨਿਰਨੋ ਨਹੀਂ ਹੁੰਦਾ। ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੋ ਗੋ। ਇਹ ਸਾਧ ਸੰਗਤ ਜੀ ਮਾਇਆ ਨੇ ਅਗਿਆਨ ਦੇ ਨਾਲ ਸਾਰਾ ਸੰਸਾਰ ਨੂੰ ਸਵਾ ਦਿੱਤਾ ਹੈ। ਹਜੂਰ ਦੇ ਦਰਬਾਰ ਵਿੱਚੋਂ ਸ੍ਰੇਸ਼ਟ ਗਿਆਨ ਬ੍ਰਹਮ ਗਿਆਨ ਮਿਲਦਾ ਹੈ, ਜੋ ਸਾਧ ਸੰਗਤ ਜੀ ਬੰਦੇ ਨੂੰ ਜਗਾਉਂਦਾ ਹੈ। ਦੱਸਦਾ ਹੈ ਮਣਾ, ਦੇਖ ਤੂੰ ਕਹਾਉਣਾ ਤਾਂ ਗੁਰਮੁਖ ਹੈ ਬਾਹਰ। ਸਾਰੇ ਤੈਨੂੰ ਬਹੁਤ ਸਤਿਕਾਰ ਨਾਲ ਜਥੇਦਾਰ ਜੀ ਕਹਿੰਦੇ ਹਨ, ਪਰ ਆਪਣੇ ਕਰਮਾਂ ਵੱਲ ਦੇਖ, ਕਿਹੜੇ ਕਰਮ ਤੂੰ ਕਰਦਾ ਹੈ। ਦੇਖ ਗੁਰਮੁਖਾਂ ਵਾਲੀ ਤਾਂ ਤੇਰੇ ਵਿੱਚ ਕੋਈ ਗੱਲ ਹੀ ਨਹੀਂ ਹੈਗੀ, ਕੋਈ ਹੈ ਨਹੀਂ। ਹਜੂਰ ਮਹਾਰਾਜ ਜੀ ਤੋ ਹਜੂਰ ਕਿਰਪਾ ਕਰਦੇ ਨੇ। ਕਹਾ ਭੁੱਲਿਓ ਰੇ, ਕਿੱਥੇ ਤੂੰ ਭੁੱਲ ਗਿਆ ਹੈ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਫਿਰ ਹਜੂਰ ਉਹ ਮੋਰੀ ਵਿਖਾ ਦਿੰਦੇ ਹਨ। ਸਾਧ ਸੰਗਤ ਜੀ ਜਿਸ ਤਰ੍ਹਾਂ ਵਾੜ ਕੀਤੀ ਹੁੰਦੀ ਹੈ ਖੇਤਾਂ ਨੂੰ, ਜਿੱਥੋਂ ਵਾੜ ਟੁੱਟੀ ਹੋਵੇ, ਜੋ ਜਾਨਵਰ ਹਨ ਉਹ ਆ ਕੇ ਫਸਲ ਖਾ ਜਾਂਦੇ ਹਨ, ਪਰ ਹਜੂਰ ਦਾ ਸ਼ਬਦ ਉਹ ਮੋਰੀ ਦਿਖਾ ਦਿੰਦਾ ਹੈ, ਜਿਤ ਮਿਰਗ ਪੜਤ ਹੈ ਚੋਰੀ। ਜਿੱਧਰੋਂ ਆਪਣਾ ਮਨ ਬਾਹਰ ਜਾ ਕੇ ਸਾਧ ਸੰਗਤ ਜੀ ਨੇਤਰਾਂ ਰਾਹੀਂ ਕਿਸੇ ਦਾ ਬਾਹਰ ਪਰਾਇਆ ਸਾਧ ਸੰਗਤ ਜੀ ਤਨ ਧਨ ਤੱਕਣਾ, ਕੰਨਾਂ ਰਾਹੀਂ ਸਾਧ ਸੰਗਤ ਜੀ ਇਹ ਮਨ ਨਿੰਦਿਆ ਅੰਦਰ ਲੈ ਕੇ ਆਉਂਦਾ ਹੈ, ਸਪਰਸ਼ ਕਰਦਾ ਹੈ ਚਮੜੀ ਨੂੰ। ਇਸੇ ਤਰ੍ਹਾਂ ਜਿੰਨੇ ਸਾਧ ਸੰਗਤ ਜੀ ਵਿਸ਼ੇ ਵਿਕਾਰ ਹਨ, ਹਜੂਰ ਨੇ ਸਭ ਮੋਰੀਆਂ ਦੱਸ ਦਿੱਤੀਆਂ ਹਨ। ਤੇਰਾ ਮਨ ਇਧਰ ਦੀ ਬਾਹਰ ਧਾਉਂਦਾ ਹੈ। ਫਿਰ ਜਦੋਂ ਹਜੂਰ ਦੇ ਸ਼ਬਦ ਦੀ ਕਮਾਈ ਕਰੀਦੀ ਹੈ, ਮੂੰਦ ਲੀਏ ਦਰਵਾਜੇ, ਬਾਜੀਲੇ ਅਨਹਦ ਬਾਜੇ। ਫਿਰ ਗੁਰਸਿੱਖ ਉਹਨਾਂ ਦਰਵਾਜ਼ਿਆਂ ਨੂੰ ਮੁੰਦ ਦਿੰਦੇ ਹਨ ਹਜੂਰ ਦੀ ਰਹਿਤ ਮਰਿਆਦਾ ਦੇ ਨਾਲ। ਤਾਂ ਸਾਧ ਸੰਗਤ ਜੀ ਅਨਹਦ, ਹੱਦ ਤੋਂ ਰਹਿਤ ਵਾਹਿਗੁਰੂ ਨਾਮ ਦੇ ਫਿਰ ਅੰਦਰ ਵਾਜੇ ਵੱਜਦੇ ਹਨ। ਜਿਸ ਤਰ੍ਹਾਂ ਭਗਤ ਕਬੀਰ ਜੀ ਸਾਧ ਸੰਗਤ ਜੀ, ਭਗਤ ਕਬੀਰ ਜੀਆਂ ਦੇ ਪਾਸ ਇੱਕ ਸਾਧ ਸੰਗਤ ਜੀ ਬਜ਼ੁਰਗ ਆਉਂਦਾ ਹੈ, ਜਿਸ ਸਮੇਂ ਬਹੁਤ ਦੁਖੀ ਹੁੰਦਾ ਹੈ। ਭਗਤ ਜੀ ਪੁੱਛਦੇ ਹਨ ਕੀ ਹੋਇਆ,
ਤਾਂ ਉਹ ਦੱਸਦਾ ਹੈ ਸਾਰੀ ਉਮਰ ਕਹਿੰਦਾ ਹੈ ਮੈਂ ਆਪਣੇ ਪੁੱਤਰ ਧੀਆਂ ਵਾਸਤੇ ਕਹਿੰਦਾ ਸੀ ਧਨ ਪਦਾਰਥ ਇਕੱਠੇ ਕੀਤੇ ਹਨ, ਪਰ ਹੁਣ ਜੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਮੈਨੂੰ ਪਾਣੀ ਫੜਾ ਦਿਓ, ਮੈਨੂੰ ਪਾਣੀ ਤਿੱਕਰ ਨਹੀਂ ਫੜਾਉਂਦੇ, ਮੇਰੀ ਤਾਂ ਕਦਰ ਨਹੀਂ ਜਾਣਦੇ। ਭਗਤ ਜੀਆਂ ਨੂੰ ਕਿਹਾ ਮੈਂ ਬੜਾ ਲੋਭ ਲਾਲਚ ਕਰਕੇ ਪਰਾਇਆਂ ਦੇ ਘਰਾਂ ਵਿੱਚ ਜਦੋਂ ਯਾਦ ਆਇਆ ਮੈਂ ਇਹਦੇ ਨਾਲ ਠੱਗੀ ਮਾਰ ਮਾਰ ਕੇ ਆਪਣੇ ਪੁੱਤਰ ਨੂੰ ਪਾਲਿਆ ਸੀ, ਅੱਜ ਉਹੀ ਪੁੱਤਰ ਮੈਨੂੰ ਪਾਣੀ ਨਹੀਂ ਫੜਾਉਂਦਾ। ਭਗਤ ਜੀਆਂ ਦੇ ਮਨ ਵਿੱਚ ਵਿਰਾਗ ਆਉਂਦਾ ਹੈ, ਸ਼ਬਦ ਉਚਾਰਨ ਕਰਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਣ ਲੁਟਾਵੈ। ਇਹ ਬੰਦਾ ਬਹੁਤ ਤਰ੍ਹਾਂ ਦੇ ਵਲ ਛਲ ਕਰਕੇ ਸਾਧ ਸੰਗਤ ਜੀ ਧਨ ਇਕੱਠਾ ਕਰਕੇ ਲੈ ਕੇ ਆਉਂਦਾ ਹੈ, ਫਿਰ ਆਪਣੇ ਪੁੱਤਰ ਤੇ ਇਸਤਰੀ ਤੇ ਆ ਕੇ ਲਟਾਉਂਦਾ ਹੈ। ਮਨ ਮੇਰੇ ਭੂਲੇ ਕਪਟ ਨਾ ਕੀਜੈ। ਭਗਤ ਜੀ ਕਹਿੰਦੇ ਹਨ ਹੇ ਮੇਰਿਆ ਭੁੱਲਿਆ ਹੋਇਆ ਮਣਾ, ਭੁੱਲ ਕੇ ਵੀ ਕਪਟ ਨਾ ਕਰ, ਅੰਤ ਨਬੇੜਾ ਤੇਰੇ ਜੀ ਪਹਿ ਲੀਜੈ। ਅੰਤ ਨੂੰ ਨਬੇੜਾ ਤੇਰੇ ਇਸ ਜਿੰਦ ਤੋਂ ਲਿਆ ਜਾਵੇਗਾ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਓਕ ਹੁੰਦੀ ਹੈ ਸਾਧ ਸੰਗਤ ਜੀ ਦੋਨੋਂ ਹੱਥਾਂ ਨਾਲ ਜੇ ਜਲ ਮੰਗੀਏ ਉਹਨੂੰ ਬੁੱਕ ਕਹਿੰਦੇ ਹਨ। ਜੋ ਸਤ ਸੰਗੀ ਆਇਆ ਸੀ ਭਗਤ ਕਬੀਰ ਜੀਆਂ ਕੋਲ, ਕਹਿੰਦਾ ਹੈ ਮਹਾਰਾਜ ਜੀ ਮੈਂ ਇੱਕ ਹੱਥ ਕਰਕੇ ਕਹਿੰਦਾ ਹਾਂ ਮੇਰੀ ਓਕ 'ਚ ਹੀ ਪਾਣੀ ਪਾ ਦੇਵੋ, ਪਰ ਮਹਾਰਾਜ ਜੀ ਇਹਨਾਂ ਨੇ ਮੇਰੀ ਓਕ ਵਿੱਚੋਂ ਵੀ ਨਹੀਂ ਪਾਣੀ ਪਾਇਆ, ਕਹਿੰਦੇ ਹਨ ਆਪੇ ਪੀਲਾ ਫੜ ਕੇ। ਉਸ ਸਮੇਂ ਭਗਤ ਜੀਆਂ ਨੇ ਕਿਹਾ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪਹਿ ਸਵੇਰਾ। ਭਗਤ ਜੀ ਕਹਿੰਦੇ ਹਨ ਤੇਰਾ ਕੋਈ ਵੀ ਨਹੀਂ ਹੈ, ਸਵੇਰੇ ਉੱਠ ਕੇ ਤੂੰ ਕੰਮਾਂ ਵੱਲ ਚਲੇ ਜਾਣਾ ਹੈ, ਸਵੇਰੇ ਉੱਠ ਕੇ ਵੀ ਥੋੜਾ ਸਮਾਂ ਤੂੰ ਬੈਠਿਆ ਕਰ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਹਜੂਰ ਫਰਮਾਉਂਦੇ ਹਨ ਜਿਸ ਤਰ੍ਹਾਂ ਕਿੱਥੇ ਭੁੱਲ ਗਿਆ ਹੈ ਤੂੰ ਇਹਨਾਂ ਝੂਠੇ ਲੋਭ ਵਿੱਚ ਲੱਗ ਕੇ। ਕਹਾ ਭੁੱਲਿਓ ਰੇ ਝੂਠੇ ਲੋਭ ਲਾਗ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ 20 ਬਰਸ ਤਰਨਾਪਨ ਬੀਤਿਓ, 30 ਬਰਸ ਨਿਜ ਓਜ ਚਲਾਇਓ। 20 ਸਾਲ ਦੀ ਜਿਸ ਤਰ੍ਹਾਂ ਉਮਰ ਹੁੰਦੀ ਹੈ, ਜਿਸ ਤਰ੍ਹਾਂ 10 ਬਾਲਤਨ 20 ਰਵਣ ਤੀਸਾ ਕਾ ਸੁੰਦਰ ਕਹਾਵੈ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ 40 ਪੁਰ ਹੋਏ, 40 ਦੀ ਉਮਰ ਵਿੱਚ ਫੁੱਲ ਜ਼ੋਰ ਦੇ ਸਹਿਤ ਬੰਦਾ ਹੋ ਜਾਂਦਾ ਹੈ। 25 ਪੱਗ ਖੀਸੈ 60 ਕੇ ਬੁਢੇਪਾ ਆਵੈ। ਜਦੋਂ 50 ਸਾਲ ਹੁੰਦੇ ਹਨ ਫਿਰ ਪਿਛਾਂ ਨੂੰ ਸਰੀਰ ਜ਼ੋਰ ਮਾਰਦਾ ਹੈ, ਉੱਥੇ ਸਾਧ ਸੰਗਤ ਜੀ ਧੌਲੇ ਉੱਗਣੇ ਸ਼ੁਰੂ ਹੋ ਜਾਂਦੇ ਹਨ। 60 ਦੀ ਉਮਰ ਦੇ ਵਿੱਚ ਮਹਾਰਾਜ ਜੀਆਂ ਦੀ ਗੁਰਬਾਣੀ ਫਰਮਾਉਂਦੀ ਹੈ ਬੁਢੇਪਾ ਆ ਜਾਂਦਾ ਹੈ। ਹਜੂਰ ਕਹਿੰਦੇ ਹਨ 20 ਬਰਸ ਤਰਨਾਪਨ ਬੀਤਿਓ। 20 ਉਮਰ ਤਾਂ ਤੇਰੀ ਅਗਿਆਨ ਵਿੱਚ ਹੱਸਦਿਆਂ ਖੇਡਦਿਆਂ ਲੰਘ ਗਈ। 30 ਬਰਸ ਨਿਜ ਓਜ ਚਲਾਇਓ। ਜਿਹੜੇ ਅਗਲੇ 30 ਸਾਲ ਸੀ ਭਾਵ 20 ਤੋਂ ਬਾਅਦ 30-50 ਸਾਲ ਤੂੰ ਆਪਣਾ ਜ਼ੋਰ ਚਲਾਇਆ, ਇਸ ਦੇਹੀ ਨੂੰ ਬੜਾ ਪਾਲਿਆ। ਜਿੱਥੇ ਗਰੀਬ ਤੋਂ ਸਾਧ ਸੰਗਤ ਜੀ ਧੱਕੇ ਨਾਲ ਧਨ ਖੋਇਆ ਗਿਆ ਤੂੰ ਧੱਕਾ ਕੀਤਾ। ਜਿੱਥੇ ਦੇਖਿਆ ਹੁਣ ਮੇਰਾ ਜ਼ੋਰ ਨਹੀਂ ਚੱਲਦਾ ਉੱਥੇ ਹੱਥ ਜੋੜ ਕੇ ਵੀ ਤੂੰ ਕਮਾਈ ਕੀਤੀ। ਬੈਸ ਗਈ ਵਿਖਿਆਨ ਸੰਗ ਸਗਰੀ, ਲੋਕ ਗਇਓ ਪਰ ਲੋਕ ਗਵਾਇਓ। ਹਜੂਰ ਕਹਿੰਦੇ ਹਨ ਸਾਰੀ ਉਮਰ ਵਿਸ਼ਿਆਂ ਵਿੱਚ ਕੱਢ ਛੱਡੀ, ਇਹ ਲੋਕ ਵਿੱਚ ਦੇ ਪਦਾਰਥ ਤਾਂ ਤੇਰੇ ਨਾਲ ਰਹੇ ਨਹੀਂ, ਇੱਥੇ ਹੀ ਇਹਨਾਂ ਦੁੱਖ ਦਿੱਤਾ ਤੈਨੂੰ। ਜਦੋਂ ਤੂੰ ਜਿਨ੍ਹਾਂ ਵਾਸਤੇ ਕਮਾਈ ਕੀਤੀ ਤੇਰੀ ਚੁਲੀ ਵਿੱਚ ਵੀ ਉਹਨਾਂ ਪਾਣੀ ਨਾ ਪਾਇਆ ਤੇ ਪਰਲੋਕ ਦੀ ਵੀ ਤੂੰ ਕਮਾਈ ਨਾ ਕੀਤੀ। ਹਜੂਰ ਕਹਿੰਦੇ ਹਨ ਜਬ ਆਏ ਜਰਾ ਤਨ ਜੀਤ ਲਿਓ, ਜਮ ਫੰਦ ਪਰਿਓ ਕਛ ਨਾਹੀ ਬਸਾਇਓ। ਜਦੋਂ ਬੁਢੇਪਾ ਆ ਗਿਆ ਤੇ ਤੇਰੀ ਮੌਤ ਹੋ ਗਈ, ਜਮਾਂ ਨੇ ਆ ਕੇ ਫਾਈ ਪਾ ਲਈ, ਤੇਰੇ ਸਰੀਰ ਦਾ ਜ਼ੋਰ ਨਾ ਚੱਲਿਆ ਤੇ ਤੇਰਾ ਕੁਝ ਵੀ ਬਸ ਨਾ ਚੱਲਿਆ। ਮਹਾਰਾਜ ਜੀ ਕਹਿੰਦੇ ਹਨ ਚੇਤ ਰੇ ਚੇਤ ਅਚੇਤ ਮਹਾਪਸ, ਕਾਰਨ ਕੌਣ ਪ੍ਰਭੂ ਬਿਸਰਾਇਓ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿਹੜੇ ਕਾਰਨਾਂ ਕਰਕੇ ਤੂੰ ਵਾਹਿਗੁਰੂ ਦਾ ਨਾਮ ਵਿਸਾਰ ਛੱਡਿਆ ਹੈ। ਮਹਾਰਾਜ ਜੀ ਕਹਿੰਦੇ ਹਨ ਕਹਾਂ ਭੂਲਿਓ ਰੇ ਝੂਠੇ ਲੋਭ ਲਾਗ। ਦੱਸ ਸਾਨੂੰ ਤੂੰ ਕਿੱਥੇ ਭੁੱਲ ਗਿਆ ਹੈ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਭਾਈ ਮਰਦਾਨਾ ਜੀਆਂ ਦੇ ਨਾਲ ਸਾਧ ਸੰਗਤ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ, ਜਿਸ ਸਮੇਂ ਭਾਈ ਮਰਦਾਨਾ ਜੀਆਂ ਨੂੰ ਭੁੱਖ ਲੱਗੀ, ਇੱਕ ਸਾਹਮਣੇ ਬਜ਼ੁਰਗ ਖੂਹ ਤੇ ਬੈਠਾ ਸੀ,
ਉਸ ਸਮੇਂ ਸਾਧ ਸੰਗਤ ਜੀ ਹਜੂਰ ਉਹਦੇ ਭਾਗ ਜਾਗੇ। ਉਸ ਦੇ ਖੂਹ ਨੂੰ ਹਜੂਰ ਨੇ ਭਾਗ ਲਾਏ। ਜਿਸ ਸਮੇਂ ਉਸਨੇ ਸਾਧੂ ਜਾਣ ਕੇ ਪ੍ਰਸ਼ਾਦਾ ਛਕਾਇਆ, ਮਹਾਰਾਜ ਜੀਆਂ ਨੇ ਉਸ ਨੂੰ ਕਿਹਾ, ਗੁਰਸਿੱਖਾ ਤੇਰੀ ਮੁਕਤੀ ਕਰ ਦਈਏ, ਤੂੰ ਕਹਿਣਾ ਹੈ ਤੂੰ ਸਾਨੂੰ ਪ੍ਰਸ਼ਾਦਾ ਛਕਾਇਆ ਹੈ। ਉਸ ਸਮੇਂ ਹਜੂਰ ਨੂੰ ਕਿਹਾ ਸੀ, ਨਾਲੇ ਤਾਂ ਆਪਣੇ ਪੁੱਤਰਾਂ ਨੂੰ ਵਾਜਾਂ ਮਾਰਦਾ ਸੀ, ਮੇਰੇ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਇਹ ਮਹਾਰਾਜ ਜੀ ਜਿਸ ਤਰ੍ਹਾਂ ਐਸੇ ਬਚਨ ਸੁਣੇ, ਹਜੂਰ ਨੂੰ ਕਹਿੰਦਾ ਹੈ, ਮਹਾਰਾਜ ਜੀ ਮੈਨੂੰ ਮੁਕਤ ਨਾ ਕਰੋ, ਹਜੇ ਤਾਂ ਮੈਂ ਬਹੁਤ ਕੰਮ ਕਰਨੇ ਹਨ। ਹਜੂਰ ਕਹਿ ਗਏ, ਜਦੋਂ ਤੇਰੀ ਇੱਛਾ ਹੋਵੇਗੀ ਉਦੋਂ ਮੁਕਤ ਕਰ ਦੇਵਾਂਗੇ। ਹਜੂਰ ਅੱਗੇ ਚਲੇ ਜਾਂਦੇ ਹਨ। 3 ਸਾਲਾਂ ਬਾਅਦ ਹਜੂਰ ਵਾਪਸ ਆਏ। ਉਸ ਸਮੇਂ ਉਹਦੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਡਾ ਬਾਪੂ ਇੱਥੇ ਖੂਹ ਤੇ ਬੈਠਾ ਸੀ, ਕਹਿੰਦਾ ਸੀ ਮੇਰੇ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਉਸ ਸਮੇਂ ਹਜੂਰ ਨੂੰ ਕਹਿੰਦੇ ਹਨ, ਮਹਾਰਾਜ ਜੀ ਉਦੋਂ ਹੀ ਚੜ੍ਹਾਈ ਕਰ ਗਿਆ। ਸਾਧ ਸੰਗਤ ਜੀ ਬਲਦ ਬਣ ਕੇ ਖੇਤਾਂ ਵਿੱਚ ਵਗ ਰਿਹਾ ਸੀ, ਉਹੀ ਉਹਨਾਂ ਦਾ ਬਾਪੂ। ਹਜੂਰ ਨੇ ਪਛਾਣ ਕੇ ਜਿਸ ਸਮੇਂ ਉਸ ਨੂੰ ਪੁੱਛਿਆ, ਕਿਉਂਕਿ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਰੇਕ ਜੀਵ ਜੰਤੂ ਦੀ ਭਾਸ਼ਾ ਜਾਣਦੇ ਹਨ। ਮਹਾਰਾਜ ਜੀਆਂ ਨੇ ਪੁੱਛਿਆ, ਹੁਣ ਤੈਨੂੰ ਮੁਕਤ ਕਰ ਦਈਏ? ਕਹਿੰਦਾ ਹੈ, ਨਹੀਂ ਹਜੂਰ, ਮੇਰੀ ਕੀਮਤ 300 ਰੁਪਈਆ ਹੈ, ਇਹਨਾਂ ਨੇ ਮੈਨੂੰ ਖਰੀਦਿਆ ਹੈ, ਫਿਰ ਇਹਨਾਂ ਮੇਰੇ ਪੁੱਤਰਾਂ ਨੂੰ ਖਰੀਦਣਾ ਪਵੇਗਾ। ਐਸਾ ਮੋਹ, ਐਸਾ ਲੋਭ ਸੀ। ਸਾਧ ਸੰਗਤ ਜੀ ਉਦੋਂ ਵੀ ਨਾ ਮੁਕਤ ਹੋਣਾ ਚਾਹਿਆ। ਹਜੂਰ ਫਿਰ ਅੱਗੇ ਚਲੇ ਗਏ। ਥੋੜੇ ਸਮੇਂ ਬਾਅਦ ਹਜੂਰ ਆਏ। ਘਰ ਵਿੱਚ ਕੁੱਤੇ ਦੀ ਜੂਨ ਵਿੱਚ ਸੀ, ਕਿਉਂਕਿ ਘਰ ਦੇ ਵਿੱਚ ਪ੍ਰੇਮ ਸੀ। ਜਿਸ ਸਮੇਂ ਹਜੂਰ ਨੇ ਪੁੱਛਿਆ, ਹੁਣ ਮੁਕਤ ਕਰ ਦਈਏ? ਨਹੀਂ ਮਹਾਰਾਜ, ਬੱਚੇ ਘਰ ਦੇ ਵਿੱਚੋਂ ਹਜੂਰ ਕਮਾਈ ਕਰਨ ਜਾਂਦੇ ਹਨ, ਮੈਂ ਘਰ ਦੀ ਰਖਵਾਲੀ ਕਰਦਾ ਹਾਂ। ਹਜੂਰ ਨੇ ਆਖਿਆ, ਚੱਲ ਕੋਈ ਨਾ। ਫਿਰ ਸਾਧ ਸੰਗਤ ਜੀ ਇਸ ਤੋਂ ਅੱਗੇ ਜਿਸ ਸਮੇਂ ਹਜੂਰ ਨੇ ਸੱਪ ਬਣ ਕੇ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਬਜ਼ੁਰਗ ਪੈਦਾ ਹੋਇਆ। ਜਿਸ ਸਮੇਂ ਸੱਪ ਬਣ ਕੇ ਪੈਦਾ ਹੋਇਆ, ਕਿਉਂਕਿ ਸੱਪ ਸਾਧ ਸੰਗਤ ਜੀ ਜਿੱਥੇ ਧਨ ਨੱਪਿਆ ਹੋਵੇ ਉੱਥੇ ਜਾ ਲਪੇਟੇ ਮਾਰਦਾ ਹੈ। ਇੱਕ ਦਿਨ ਘਰ ਦੇ ਸਾਰੇ ਬਾਹਰ ਚਲੇ ਗਏ। ਬੱਚਾ ਇਕੱਲਾ ਪੰਘੂੜੇ ਵਿੱਚ ਪਿਆ ਸੀ। ਜਾ ਕੇ ਜਿਸ ਸਮੇਂ ਪੰਘੂੜੇ ਦੇ ਪਾਸ ਇਸ ਨੂੰ ਲਾਡ ਆਇਆ ਕਿ ਮੇਰਾ ਪੁੱਤਰਾ ਹੈ, ਉਸ ਸਮੇਂ ਘਰਦਿਆਂ ਨੇ ਦੇਖ ਕੇ ਇਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹਜੂਰ ਜਿਸ ਸਮੇਂ ਆਏ, ਸਾਧ ਸੰਗਤ ਜੀ ਇਸ ਦੀ ਐਸੀ ਜੂਨ ਹੋਈ ਮੋਹ ਕਰਕੇ, ਕੀੜਾ ਬਣਿਆ ਬੈਠਾ ਸੀ ਨਾਲੀ ਦੇ ਵਿੱਚ। ਧੰਨ ਭਾਈ ਮਰਦਾਨਾ ਜੀਆਂ ਨੂੰ ਹਜੂਰ ਨੇ ਜਿਸ ਸਮੇਂ ਬੁਲਾ ਕੇ ਆਖਿਆ, ਭਾਈ ਮਰਦਾਨਾ ਉਹ ਸਾਹਮਣੇ ਨਾਲੀ ਵਿੱਚ ਕੀੜਾ ਬਣਿਆ ਬੈਠਾ ਹੈ, ਉਸ ਨੂੰ ਲੈ ਕੇ ਆ। ਹਜੂਰ ਨੇ ਕਿਹਾ, ਹੁਣ ਮੁਕਤ ਕਰ ਦਈਏ? ਕਹਿੰਦਾ ਹੈ, ਮਹਾਰਾਜ ਜੀ ਹਾਂਜੀ, ਹੁਣ ਮੈਨੂੰ ਮੁਕਤ ਕਰ ਦਿਓ। ਐਸਾ ਮੋਹ, ਐਸਾ ਲੋਭ ਪ੍ਰਬਲ ਹੈ। ਕਿੰਨੀਆਂ ਜੂਨੀਆਂ ਤੋਂ ਬਾਅਦ ਵੀ ਸਾਧ ਸੰਗਤ ਜੀ ਫਿਰ ਵੀ ਆਪਣੇ ਘਰਦਿਆਂ ਦੇ ਵਿੱਚ ਮੋਹ ਰੱਖਿਆ ਸੀ। ਹਜੂਰ ਦੀ ਬਾਣੀ ਫਰਮਾਉਂਦੀ ਹੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਵੈ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੈ ਬਸੈ। ਫਿਰ ਅੰਤਲੇ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਦਾ ਧਿਆਨ ਧਰਿਆ, ਗੁਰਪੁਰੀ ਨੂੰ ਪਿਆਨਾ ਕੀਤਾ। ਹਜੂਰ ਕਹਿੰਦੇ ਹਨ, ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ, ਹੇ ਜੀਵ ਤੂੰ ਕਿੱਥੇ ਭੁੱਲ ਗਿਆ ਹੈ ਇਸ ਝੂਠੇ ਲੋਭ ਦੇ ਵਿੱਚ ਲੱਗ ਕੇ। ਕਛ ਬਿਗੜਿਓ ਨਾਹਿਨ ਅਜੇ ਜਾਗ। ਹਜੂਰ ਸਾਰੀ ਉਮਰ ਪਾਪ ਕੀਤੇ ਨੇ, ਮਹਾਰਾਜ ਜੀ ਆਪ ਜੀਆਂ ਦੀ ਸਿੱਖੀ ਵੀ ਨਹੀਂ ਕਮਾਈ। ਹਜੂਰ ਹੁਣ ਭਲਾ ਹੋ ਸਕਦਾ ਹੈ ਮੇਰਾ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਕਛ ਬਿਗੜਿਓ ਨਾਹਿਨ, ਹਜੇ ਵੀ ਕੁਝ ਨਹੀਂ ਵਿਗੜਿਆ, ਹਜੇ ਵੀ ਜਾਗ ਜਾ। ਜਿਸ ਤਰ੍ਹਾਂ ਸਾਧ ਸੰਗਤ ਜੀ ਖੂਹ ਵਿੱਚੋਂ ਪਾਣੀ ਭਰੀਏ, ਜੇ ਥੋੜੀ ਜੀ ਰੱਸੀ ਹੱਥ ਵਿੱਚ ਰਹਿ ਜੇ ਤਾਂ ਪਾਣੀ ਜਲ ਬਾਹਰ ਕੱਢ ਲਈਦਾ ਹੈ। ਜੇ ਸਾਰੀ ਰੱਸੀ ਖੂਹ ਵਿੱਚ ਡਿੱਗ ਪਏ ਤਾਂ ਜਲ ਬਾਹਰ ਨਹੀਂ ਨਿਕਲਦਾ। ਹਜੂਰ ਕਹਿੰਦੇ ਹਨ, ਤੇਰੀ ਰੱਸੀ ਹਜੇ ਥੋੜੀ ਜੀ ਹੱਥ ਵਿੱਚ ਹੈ, ਭਾਵ ਤੇਰੇ ਪਾਸ ਸਵਾਸ ਨੇ। ਹਜੂਰ ਦੀ ਬੰਦਗੀ ਕਰਿਆ ਕਰ, ਸੇਵਾ ਕਰਿਆ ਕਰ, ਨਹੀਂ ਵੀ ਤੈਨੂੰ ਪ੍ਰਤੀਤ ਹੁੰਦਾ, ਹੱਥ ਜੋੜ ਕੇ ਕਿਹਾ ਕਰ, ਮਹਾਰਾਜ ਜੀ ਕਿਰਪਾ ਕਰੋ। ਹਜੂਰ ਕਹਿੰਦੇ ਹਨ, ਕੁਝ ਵੀ ਨਹੀਂ ਵਿਗੜਿਆ, ਹੁਣ ਤੂੰ ਜਾਗ ਜਾ। ਰਹਾਉ ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਜਗ ਦੀ ਸਚਾਈ ਦੱਸਦੇ ਹਨ। ਮਹਾਰਾਜ ਜੀ ਕਿਰਪਾ ਕਰਦੇ ਹਨ। ਸਮ ਸੁਪਨੇ ਕੇ ਇਹ ਜਗ ਜਾਨ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਜਗ ਸੁਪਨੇ ਦੀ ਨਿਆਈ ਹੈ। ਜਿਸ ਤਰ੍ਹਾਂ ਰੇ ਨਰ ਇਹ ਸਾਚੀ ਜੀ ਧਾਰ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਇਹ ਸੱਚੀ ਸਿੱਖਿਆ ਹੈ ਗੁਰਸਿੱਖਾ, ਇਸ ਨੂੰ ਹਿਰਦੇ ਵਿੱਚ ਧਾਰ ਲਾ। ਮਹਾਰਾਜ ਜੀ ਆਪ ਕਹੋ ਧੰਨ ਭਾਗ ਨੇ ਸਾਡੇ, ਅਸੀਂ ਜ਼ਰੂਰ ਹਿਰਦੇ ਵਿੱਚ ਧਾਰਾਂਗੇ। ਹਜੂਰ ਕਹਿੰਦੇ ਹਨ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਸਾਰਾ ਜਗਤ ਸੁਪਨੇ ਦੀ ਨਿਆਈ ਹੈ, ਇਸ ਨੂੰ ਬਿਨਸਦਿਆਂ ਹੋਇਆਂ ਬਹੁਤੀ ਦੇਰ ਨਹੀਂ ਲੱਗਦੀ। ਬਾਰੂ ਪੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ। ਹਜੂਰ ਕਹਿੰਦੇ ਹਨ, ਜਿਸ ਤਰ੍ਹਾਂ ਰੇਤ ਦੀ ਕੰਧ ਬਣਾਈ ਹੋਵੇ, 4 ਦਿਨ ਨਹੀਂ ਰਹਿੰਦੀ, ਡਿੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਹਨ, ਇਸੇ ਤਰ੍ਹਾਂ ਦੀ ਤੇਰੀ ਦੇਹੀ ਹੈ। ਦੇਖ ਖਿਆਲ ਕਰ, ਤੇਰੇ ਸਰੀਰ ਵਿੱਚ ਕੀ ਹੈ? ਹੱਡੀਆਂ ਨੇ, ਤੇਰੇ ਸਰੀਰ ਦੇ ਵਿੱਚ 9 ਦਰਵਾਜ਼ੇ ਨੇ, ਗੋਲਕਾਂ ਨੇ। ਜਿੱਧਰੋਂ ਦੀ ਮਰਜ਼ੀ ਅਕਾਲ ਪੁਰਖ ਵਾਹਿਗੁਰੂ ਪ੍ਰਾਣ ਕੱਢ ਲਵੇ। ਇਸੇ ਤਰ੍ਹਾਂ ਇਹ ਜੋ ਮਾਇਕੀ ਸੁੱਖ ਹਨ, ਗੱਡੀਆਂ ਹਨ, ਘਰ ਹਨ, ਅਕਾਲ ਪੁਰਖ ਵਾਹਿਗੁਰੂ ਨੇ ਤੇਰੀ ਪ੍ਰਲਾ ਲਬਦ ਮੁਤਾਬਕ ਤੈਨੂੰ ਦਿੱਤੀਆਂ ਹਨ। ਹਜੂਰ ਜਦੋਂ ਚਾਹਣ ਖਿੱਚ ਲੈਣ। ਮਹਾਰਾਜ ਜੀ ਕਹਿੰਦੇ ਹਨ, ਰੇਤ ਦੀ ਕੰਧ ਦੀ ਨਿਆਈ। ਹਜੂਰ ਕਹਿੰਦੇ ਹਨ, ਸੰਸਾਰ ਦੇ ਸੁੱਖ ਹਨ, ਅਜਹੂ ਸਮਝ ਕਜ ਬਿਗੜਿਓ ਨਾਹਨ, ਭਜ ਲੈ ਨਾਮ ਮੁਰਾਰ। ਹਜੂਰ ਕਹਿੰਦੇ ਹਨ, ਹਜੇ ਵੀ ਸਮਝ ਜਾ, ਕੁਝ ਨਹੀਂ ਵਿਗੜਿਆ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਹਜੂਰ ਕਹਿੰਦੇ ਹਨ, ਤੈਨੂੰ ਪੁਕਾਰ ਕੇ ਕਹਿੰਦੇ ਹਾਂ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਮਤ ਹੈ, ਸਿਧਾਂਤ ਹੈ ਹਜੂਰ ਦੇ ਘਰ ਦਾ। ਹਜੇ ਵੀ ਕੁਝ ਵਿਗੜਿਆ ਨਹੀਂ। ਇਹ ਸੰਸਾਰ ਸੁਪਨੇ ਦੀ ਨਿਆਈ ਜਾਣ ਕੇ ਵਾਹਿਗੁਰੂ ਦਾ ਨਾਮ ਜਪਿਆ ਕਰ। ਬਿਨਸੈ ਛਿਨ ਮੈਂ ਸਾਚੀ ਮਾਨ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਸਭ ਕੁਝ ਛਿਨ ਮਾਤਰ ਚ ਤੇਰੇ ਦੇਖਦਿਆਂ ਦੇਖਦਿਆਂ ਹੀ ਬਿਨਸ ਰਿਹਾ ਹੈ ਸੰਸਾਰ। ਘਟੰਤ ਰੂਪਾ ਘਟੰਤ ਦੀਪੰ, ਦੇਖ ਤੇਰਾ ਰੂਪ ਵੀ ਘਟ ਰਿਹਾ ਹੈ, ਜਿਸ ਸੁੰਦਰ ਰੂਪ ਦਾ ਤੂੰ ਮਾਣ ਕਰਦਾ ਹੈ। ਨੇਤਰਾਂ ਦੀ ਜੋਤ ਵੀ ਘਟ ਰਹੀ ਹੈ, ਜਿਹੜੇ ਨੇਤਰਾਂ ਕਰਕੇ ਤੂੰ ਕਹਿੰਦਾ ਸੀ ਮੈਂ ਬੜੀ ਦੂਰ ਦੇਖ ਰਿਹਾ ਹਾਂ। ਇਸੇ ਤਰ੍ਹਾਂ ਹਜੂਰ ਨੇ ਫਰਮਾਇਆ ਹੈ, ਚੰਦ ਸੂਰਜ ਧਰਤੀ ਸਭ ਕੁਝ ਘਟ ਰਿਹਾ ਹੈ। ਹਜੂਰ ਕਹਿੰਦੇ ਹਨ, ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਕੁਝ ਮਹਾਰਾਜ ਜੀ ਕਹਿੰਦੇ ਹਨ, ਬਿਨਸੈ ਸਿਨ ਮੈਂ ਸਾਚੀ ਮਾਨ। ਇਸ ਗੱਲ ਨੂੰ ਤੂੰ ਸੱਚੀ ਕਰਕੇ ਮੰਨ ਲਾ। ਸੰਗ ਤੇਰੇ ਹਰ ਬਸਤ ਨੀਤ। ਮਹਾਰਾਜ ਜੀ ਕਹਿੰਦੇ ਹਨ, ਤੇਰੇ ਨਾਲ ਅਕਾਲ ਪੁਰਖ ਵਾਹਿਗੁਰੂ ਸਦਾ ਵਸਦਾ ਹੈ। ਜਿਸ ਤਰ੍ਹਾਂ ਭਗਤ ਜੀ ਕਹਿੰਦੇ ਹਨ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਉਹ ਅਕਾਲ ਪੁਰਖ ਵਾਹਿਗੁਰੂ ਤਾਂ ਤੇਰੇ ਹੱਥ ਤੋਂ ਵੀ ਨੇੜੇ ਵਸਦਾ ਹੈ। ਤੂੰ ਕਿੱਥੇ ਵਿਸਾਰੀ ਬੈਠਾ ਹੈ? ਜੇ ਤੂੰ ਸੋਚਦਾ ਹੈ ਮੈਂ ਮਨ ਕਰਕੇ ਫੁਰਨੇ ਕਰਦਾ ਹਾਂ। ਹਜੂਰ ਤਾਂ ਸਾਧ ਸੰਗਤ ਜੀ ਉਹਨਾਂ ਦੀਆਂ ਵੀ ਅਰਦਾਸਾਂ ਸੁਣਦੇ ਹਨ, ਜਿਨ੍ਹਾਂ ਦੀ ਜੀਭਾ ਨਹੀਂ ਹੁੰਦੀ। ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰ ਜਾਮੀ ਜਾਣੈ। ਤੇਰੇ ਬਿਨੇ ਕਹਿਆ ਹੀ ਤੇਰੇ ਮਨ ਦੀ ਗੱਲ ਜਾਣਦਾ ਹੈ। ਹਜੂਰ ਕਹਿੰਦੇ ਹਨ, ਸਦਾ ਹੀ ਤੇਰੇ ਨਾਲ ਵਸਦਾ ਹੈ। ਹਾਂਜੀ, ਨਿਸ ਬਾਸੁਰ ਭਜ ਤਾਹੇ ਮੀਤ। ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਹਜੂਰ ਕਹਿੰਦੇ ਹਨ, ਰਾਤ ਦਿਨ ਦੀ ਸੰਗਿਆ ਨਾਲ ਕਰਿਆ ਕਰ। ਕਿੰਨਾ ਪਿਆਰ ਹੋਣਾ ਚਾਹੀਦਾ ਹੈ ਹਜੂਰ ਨਾਲ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਤਿਸ ਗੁਰ ਕੋ ਸਿਮਰੋ ਸਾਸ ਸਾਸ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਐਸੇ ਸਤਿਗੁਰਾਂ ਨੂੰ ਮਨਾ ਕੱਲੇ ਕੱਲੇ ਸਾਹ ਦੇ ਨਾਲ ਚੇਤੇ ਕਰਿਆ ਕਰ। ਮਹਾਰਾਜ ਜੀ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਹਜੂਰ ਕਹਿੰਦੇ ਹਨ, ਇੰਨਾ ਪਿਆਰ ਹੋਣਾ ਚਾਹੀਦਾ ਹੈ ਗੁਰਸਿੱਖਾ। ਗੁਰੂ ਤੇਰੇ ਪ੍ਰਾਣ ਦਾ ਆਧਾਰ ਹੋਣਾ ਚਾਹੀਦਾ ਹੈ। ਜਿਸ ਸਮੇਂ ਗੁਰੂ ਦੇ ਦਰਸ਼ਨ ਨਾ ਹੋਣ, ਜਿਸ ਤਰ੍ਹਾਂ ਮਛਲੀ ਜਲ ਤੋਂ ਬਿਨਾਂ ਮਰ ਜਾਂਦੀ ਹੈ, ਇਸੇ ਤਰ੍ਹਾਂ ਤੇਰੇ ਪ੍ਰਾਣ ਨਿਕਲ ਜਾਣੇ ਚਾਹੀਦੇ ਹਨ। ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਸਤਿਗੁਰੂ ਹੀ ਆਪਣਾ ਧਨ ਸਮਝ। ਜਿਸ ਸਮੇਂ ਇਸ ਧਨ ਵਿੱਚ ਵਾਧਾ ਹੋਵੇ, ਆਪਣੇ ਆਪ ਨੂੰ ਵੱਡਾ ਜਾਣਿਆ ਕਰ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਹਜੂਰ ਕਹਿੰਦੇ ਹਨ, ਸਾਨੂੰ ਇੰਨਾ ਪਿਆਰ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ। ਗੁਰੂ ਜੀ ਦਾ ਦਰਸ਼ਨ ਦੇਖ ਦੇਖ ਕੇ ਅਸੀਂ ਜੀਂਦੇ ਹਾਂ। ਗੁਰੂ ਜੀਆਂ ਦੇ ਚਰਨ ਸਾਡਾ ਜੀ ਕਰਦਾ ਹੈ ਧੋ ਧੋ ਕੇ ਪੀਏ। ਮਹਾਰਾਜ ਜੀ ਕਹਿੰਦੇ ਹਨ, ਨਿਸ ਬਾਸੁਰ ਭਜ ਤਾਹੇ ਮੀਤ। ਸਾਡੇ ਲਈ ਹਜੂਰ ਮੀਤ ਸ਼ਬਦ ਵਰਤਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਇਹ ਹਜੂਰ ਦੀ ਵਡਿਆਈ ਹੈ। ਹਜੂਰ ਕਹਿੰਦੇ
ਕਹਿੰਦੇ ਹਨ ਰਾਤ ਦਿਨ ਦੀ ਸੰਗਿਆ ਦੇ ਨਾਲ ਉਸ ਨੂੰ ਯਾਦ ਕਰਿਆ ਕਰ। ਜਿਸ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਵਿੱਚ ਮੰਨਿਆ ਜਾਂਦਾ ਹੈ, ਜਿਸ ਦੇ ਮਿੱਤਰ ਜ਼ਿਆਦੇ ਹੋਣ ਕਹਿੰਦੇ ਹਨ ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜਿਹਦੇ ਘੱਟ ਮਿੱਤਰ ਹੋਣ ਕਹਿੰਦੇ ਹਨ ਇਹਦੇ ਕਦੇ ਕੰਮ ਨਹੀਂ ਪੂਰੇ ਹੁੰਦੇ, ਅੜਿਚਣਾ ਪੈਂਦੀਆਂ ਹਨ। ਪਰ ਹਜੂਰ ਕਹਿੰਦੇ ਹਨ ਹਰਿ ਸਿਉ ਜੁਰੈ ਤਾਂ ਸਭ ਕੋ ਮੀਤ। ਮਹਾਰਾਜ ਜੀਆਂ ਨਾਲ ਜੁੜੇ ਹੋਈਏ ਤਾਂ ਸਾਰੇ ਹੀ ਮਿੱਤਰ ਬਣ ਜਾਂਦੇ ਹਨ, ਕਿਉਂਕਿ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਹਰੀ ਦਾ ਪਿਆਰਾ ਹੁੰਦਾ ਹੈ ਉਹ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਜਿਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲੇ ਮਹਾਂਪੁਰਸ਼, ਜਿਸ ਤਰ੍ਹਾਂ ਸਾਧ ਸੰਗਤ ਜੀ ਜੰਗਲ ਵਿੱਚ ਜ਼ਿਕਰ ਆਉਂਦਾ ਹੈ, ਬੰਦਗੀ ਕਰਕੇ ਚਾਦਰਾ ਲੈ ਕੇ ਬਰਾਜੇ ਹੋਏ ਸੀ। ਜਾਨਵਰ ਵੀ ਸਾਧ ਸੰਗਤ ਜੀ ਉਹਨਾਂ ਦੇ ਮਿੱਤਰ ਬਣ ਜਾਂਦੇ ਹਨ। ਜਿਸ ਸਮੇਂ ਸ਼ੇਰ ਉਹਨਾਂ ਪਾਸ ਆਇਆ, ਸੁਖਮਣੀ ਸਾਹਿਬ ਦੇ ਅਭਿਆਸੀ ਸਨ, ਬਚਨ ਉਚਾਰੇ ਸਨ ਮਿਥਿਆ ਤਨ ਨਹੀਂ ਪਰਉਪਕਾਰਾ। ਮਣਾ ਸ਼ੇਰ ਨੂੰ ਭੁੱਖ ਲੱਗੀ ਹੈ, ਤਨ ਨਾਸ਼ਵੰਤ ਹੈ, ਜੇ ਕਿਸੇ ਪਰਉਪਕਾਰ ਲਈ ਨਾ ਆਇਆ ਕੰਮ ਤਾਂ ਤਨ ਦਾ ਕੀ ਹੈ ਇਸ ਦੇਹੀ ਦਾ। ਦੇਹੀਆਂ ਸਭ ਨਾਸਵੰਤ ਹਨ। ਸ਼ੇਰ ਨੇ ਵੀ ਸਾਧ ਸੰਗਤ ਜੀ ਚਰਨਾਂ ਆਲਿਓਂ ਪਾਸੋਂ ਸੁੰਘ ਕੇ ਛੱਡ ਦਿੱਤਾ ਸੀ। ਐਸੇ ਮਹਾਰਾਜ ਜੀ ਕਹਿੰਦੇ ਹਨ ਹਰਿ ਸਿਉ ਜੁਰੈ ਤਾਂ ਸਭ ਕੋ ਮੀਤ, ਹਰਿ ਸਿਉ ਜੁਰੈ ਤਾਂ ਨਿਹਚਲ ਚੀਤ। ਮਹਾਰਾਜ ਜੀ ਕਹਿੰਦੇ ਹਨ ਜੇ ਹਰੀ ਨਾਲ ਜੁੜ ਜਾਵੇਂ ਤੇਰਾ ਚਿੱਤ ਠਹਿਰ ਜਾਵੇ। ਉਸ ਕਾਲ ਪੁਰਖ ਵਾਹਿਗੁਰੂ ਨੂੰ ਤੂੰ ਰਾਤ ਦਿਨ ਜਪਿਆ ਕਰ। ਸਾਧ ਸੰਗਤ ਜੀ ਸਾਰਾ ਸੰਸਾਰ ਸੁਖ ਚਾਹੁੰਦਾ ਹੈ, ਕੌਣ ਚਾਹੁੰਦਾ ਹੈ ਮੈਨੂੰ ਦੁੱਖ ਹੋਵੇ। ਪਰ ਹਜੂਰ ਕਹਿੰਦੇ ਹਨ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਸਿਧਾਂਤ ਤੈਨੂੰ ਗੁਰਸਿੱਖਾ ਦੱਸਿਆ ਹੈ, ਹਰਿ ਕੇ ਨਾਮ ਬਿਨਾ ਦੁੱਖ ਪਾਵੈ। ਮਹਾਰਾਜ ਜੀ ਕਹਿੰਦੇ ਹਨ ਹਰੀ ਦੇ ਨਾਮ ਤੋਂ ਬਿਨਾ ਸਦਾ ਲਈ ਤੂੰ ਦੁੱਖ ਪਾਵੇਂਗਾ। ਬਾਰ ਅੰਤ ਕੀ ਹੋਏ ਸਹਾਏ। ਮਹਾਰਾਜ ਜੀ ਫਰਮਾਉਂਦੇ ਹਨ ਅੰਤਲੇ ਸਮੇਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇਰੀ ਰੱਖਿਆ ਕਰੇਗਾ, ਤੇਰੀ ਸਹਾਇਤਾ ਕਰੇਗਾ। ਕਹੋ ਨਾਨਕ ਗੁਣ ਤਾਕੇ ਗਾਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੋਹਰ ਲਾਉਂਦੇ ਹਨ। ਨਾਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਗੁਣ ਤਾਕੇ ਗਾਏ, ਉਸ ਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਆ ਕਰ। ਜਿਸ ਤਰ੍ਹਾਂ ਹਜੂਰ ਦੇ ਬਚਨ ਆਏ ਸੀ ਜਾਣ ਬੂਝ ਕੇ ਬਾਵਰੈ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਹਿ ਗਰਭ ਨਿਵਾਰਿਓ। ਹਜੂਰਾਂ ਦੇ ਹਨ ਸਤ ਸੰਗਤ ਵਿੱਚ ਤੂੰ ਜਾਣ ਲਿਆ ਸੀ ਕਿ ਸਤ ਸੰਗਤ ਕਰਨ ਨਾਲ ਭਲਾ ਹੈ, ਬੁੱਝ ਵੀ ਲਿਆ ਸੀ ਕਿ ਨਾਮ ਜਪਣ ਤੋਂ ਬਿਨਾਂ ਗਤੀ ਨਹੀਂ ਹੋਣੀ। ਜਾਣ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ। ਦੇਖ ਮਨੁੱਖ ਤੂੰ ਕਾਜ ਵਿਗਾੜ ਲਿਆ ਹੈ, ਪਾਪ ਕਰਤ ਸੁਖਚਿਓ ਨਹੀਂ। ਪਾਪ ਕਰਨ ਤੋਂ ਤਾਂ ਤੂੰ ਭੋਰਾ ਜਿੰਨਾ ਵੀ ਡਰ ਨਹੀਂ ਕੀਤਾ। ਕਹਿੰਦਾ ਹੈ ਮੈਨੂੰ ਕੌਣ ਦੇਖਦਾ ਹੈ ਜੇ ਮੈਂ ਉਹਦੇ ਨਾਲ ਠੱਗੀ ਮਾਰਾਂਗਾ, ਚੋਰੀ ਕਰਾਂਗਾ। ਨਹਿ ਗਰਭ ਨਿਵਾਰਿਓ, ਨਾ ਹੀ ਤੂੰ ਆਪਣੇ ਹੰਕਾਰ ਨੂੰ ਕਦੇ ਨਿਵਾਰ ਕੀਤਾ, ਭਾਵ ਦੂਰ ਕੀਤਾ, ਕਿਉਂਕਿ ਆਕਾਸ਼ ਨਾ ਮਾਵਤ। ਮਹਾਰਾਜ ਜੀ ਕਹਿੰਦੇ ਸਨ ਆਕਾਸ਼ ਤਿੱਕਰ ਤੂੰ ਨਹੀਂ ਸੀ ਨਿਵਾਉਂਦਾ। ਮਹਾਰਾਜ ਜੀ ਕਹਿੰਦੇ ਹਨ ਬਾਹਰ ਅੰਤ ਕੀ ਹੋਏ ਸਹਾਏ। ਉਹ ਕਾਲ ਪੁਰਖ ਵਾਹਿਗੁਰੂ ਅੰਤਲੇ ਸਮੇਂ ਤੇਰੀ ਸਹਾਇਤਾ ਕਰੇਗਾ। ਮਹਾਰਾਜ ਜੀ ਕੌਣ ਅਪਰਾਧ ਬਤਾਊਂ ਆਪਣੇ, ਮਿਥਿਆ ਲੋਭ ਪੰਚ ਭਰੇ। ਨਾਹਨ ਭਜਨ ਬੰਦਗੀ ਸਿਮਰਨ, ਭਗਤ ਭਾਵ ਨਹਿ ਗੁਣ ਉਚਰੈ। ਮਹਾਰਾਜ ਜੀ ਕਿਹੜੇ ਕਿਹੜੇ ਆਪਣੇ ਪਾਪ ਕਹਿਣਾ ਕਰਾਂ। ਹਜੂਰ ਦੇ ਚਰਨਾਂ ਕਮਲਾਂ ਵਿੱਚ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਬੇਨਤੀ ਕਰੀਏ ਮਹਾਰਾਜ ਜੀ ਨਾਹਨ ਭਜਨ ਬੰਦਗੀ ਸਿਮਰਨ। ਮਹਾਰਾਜ ਜੀ ਨਾ ਹੀ ਕੋਈ ਭਜਨ ਹੈ, ਨਾ ਹੀ ਬੰਦਗੀ ਕੀਤੀ ਹੈ, ਨਾ ਹੀ ਮਹਾਰਾਜ ਜੀ ਸਿਮਰਨ ਕੀਤਾ ਹੈ ਆਪ ਦਾ। ਭਗਤ ਭਾਵ ਨਹਿ ਗੁਣ ਉਚਰੈ। ਪ੍ਰੇਮ ਦੇ ਨਾਲ ਮਹਾਰਾਜ ਜੀ ਆਪ ਜੀਆਂ ਦੇ ਗੁਣਾਂ ਦਾ ਵੀ ਹਜੂਰ ਮੈਂ ਗਾਇਨ ਨਹੀਂ ਕਰ ਸਕਿਆ। ਸਗਲ ਜਨਮ ਵਿਖਿਆਨ ਸੰਗ ਹਾਰਿਓ, ਸਾਧੂ ਸੰਗਤ ਨਹਿ ਨਿਮਖ ਕਰੇ। ਸਾਰਾ ਸੰਗਤ ਸਰੀਰ ਮਹਾਰਾਜ ਜੀ ਸਾਰੀ ਉਮਰ ਵਿਸ਼ਿਆਂ ਵਿੱਚ ਨਿਗਾਹ ਛੱਡੀ ਹੈ। ਜਦੋਂ ਮੈਨੂੰ ਕੋਈ ਕਹਿੰਦਾ ਸੀ ਆ ਗੁਰੂ ਘਰ ਚਲੀਏ, ਕਹਿੰਦਾ ਸਾਂ ਮੈਂ ਬਹੁਤ ਬਿਜੀ ਹਾਂ। ਮਹਾਰਾਜ ਜੀ ਆਪ ਜੀਆਂ ਦੀ ਸੰਗਤ ਨਿਮਖ ਮਾਤਰ ਨਹੀਂ ਕੀਤੀ। ਜੇ ਬੰਦਾ ਕਵੇ ਮੈਂ ਤਾਂ ਸੰਗਤ ਕੀਤੀ ਹੈ, ਹਜੂਰ ਕਹਿੰਦੇ ਹਨ ਤੂੰ ਮਨ ਕਰਕੇ ਨਹੀਂ ਕੀਤੀ, ਤੂੰ ਕਮਾਈ ਨਹੀਂ ਕੀਤੀ ਸੁਣ ਕੇ ਉਸ ਸ਼ਬਦ ਦੀ। ਮਹਾਰਾਜ ਜੀ ਅੱਗੇ ਅਰਦਾਸ ਕਰੀਏ ਜਾਣ ਬੂਝ ਕੇ ਕਾਜ ਬਿਗਾਰਿਓ, ਹਾਥ ਦੀਪ ਲੈ ਕੂਪ ਪਰਿਓ। ਹਜੂਰ ਕਹਿੰਦੇ ਹਨ ਜੇ ਹੱਥ 'ਚ ਦੀਵਾ ਲੈ ਕੇ ਮਹਾਰਾਜ ਜੀ ਕਹਿੰਦੇ ਹਨ ਤੂੰ ਤੁਰਿਆ ਸੈਂ। ਹਜੂਰ ਨੇ ਸਤ ਸੰਗਤ ਵਿੱਚ ਤੈਨੂੰ ਦੱਸਿਆ ਸੀ
ਪਰ ਫਿਰ ਵੀ ਤੂੰ ਖੂਹ ਵਿੱਚ ਡਿੱਗ ਪਿਆ ਹੈ। ਐਸੇ ਬਾਜਾਂ ਵਾਲੇ ਪਿਤਾ ਜੀ ਕਿਰਪਾ ਕਰਦੇ ਹਨ। ਕੋਟ ਪਰਾਧ ਕੀਨ ਬਹੁ ਭਾਤੀ, ਨਿਮਖ ਏਕ ਨਹਿ ਨਾਮ ਲਿਓ। ਮਹਾਰਾਜ ਜੀ, ਇੱਕ ਨਿਮਖ ਮਾਤਰ ਵੀ ਮੈਂ ਆਪ ਜੀਆਂ ਦਾ ਨਾਮ ਨਹੀਂ ਜੇ ਜਪਿਆ। ਜਾਣਤ ਹੋ ਨੀਕੇ ਸਭ ਹੀ ਬਿਦ, ਇਹ ਹਜੂਰ ਮੈਂ ਜਾਣ ਲਿਆ ਸੀ ਆਪ ਜੀਆਂ ਦਾ ਨਾਮ ਸਾਰੀਆਂ ਵਿਧੀਆਂ ਕਰਕੇ ਮਹਾਰਾਜ ਜੀ ਸੁਖ ਦੇਣ ਵਾਲਾ ਹੈ। ਜੋ ਜੋ ਔਗਣ ਚੂਕ ਕੀਓ, ਪਰ ਫਿਰ ਵੀ ਮਹਾਰਾਜ ਜੀ ਇਹ ਜਾਣ ਕੇ ਮੈਂ ਫਿਰ ਵੀ ਔਗਣਾ ਤੋਂ ਨਾ ਹਟਿਆ। ਚਿਤਵੋ ਆਪਣੀ ਔਰ ਦਇਆ ਨਿਧ, ਪਾਵਨ ਪਤਿਤ ਕਰੁਣਾਮਏ। ਮਹਾਰਾਜ ਜੀ, ਹੁਣ ਆਪਣੀ ਔਰ ਚਿਤ ਵੱਲੋਂ ਸਾਨੂੰ ਸਾਡੀ ਚਿਤਮਣੀ ਦੇ ਵਿੱਚ ਆਪ ਜੀ ਨਾਮ ਦਾ ਫੁਰਨਾ ਪਾਵੋ। ਧੰਨ ਸ਼੍ਰੀ ਗੁਰੂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਨਾਮ ਲਏ ਸਭ ਨਰਕ ਨਿਵਾਰੇ। ਹਜੂਰ ਦਾ ਨਾਮ ਲੈਣ ਨਾਲ ਹੀ ਸਾਧ ਸੰਗਤ ਜੀ ਸਭ ਨਰਕ ਦੂਰ ਹੋ ਜਾਂਦੇ ਹਨ। ਜੇ ਹਜੂਰ ਦੀ ਸ਼ਰਨ ਤੱਕ ਲਈਏ, ਜਿਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ, ਬਾਹਰ ਅੰਤ ਕੀ ਹੋਏ ਸਹਾਏ। ਹਜੂਰ ਦੀ ਸਤ ਸੰਗਤ ਵਿੱਚ ਆ ਜਾਈਏ, ਮੁਕਤ ਭਏ ਜੇ ਸ਼ਰਨ ਪਏ। ਮੁਕਤੀ ਨੂੰ ਪ੍ਰਾਪਤ ਹੁੰਦੇ ਹਨ, ਗੁਰਪੁਰੀ ਨੂੰ ਪਿਆਨਾ ਕਰਦੇ ਹਨ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਜਸ ਹੀ ਐਸਾ ਹੈ। ਹਜੂਰ ਦੀ ਕਥਾ, ਜੀਵਨ ਦੀ ਕਥਾ, ਜੇ ਇਤਿਹਾਸ ਦੀ ਕਥਾ ਸੁਣ ਲਈਏ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਉਹਨਾਂ ਨੂੰ ਜਮਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਐਸੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਸ ਜਦੋਂ ਭੱਟ ਸਾਹਿਬਾਨ ਆਏ ਸੀ, ਇਹ ਸਾਧ ਸੰਗਤ ਜੀ ਵੇਦਾਂ ਦੇ ਜਿਸ ਤਰ੍ਹਾਂ ਰੂਪ ਧਾਰਿਆ ਸੀ, ਆਪ ਬ੍ਰਹਮਾ ਆਇਆ ਸੀ, ਮੋਹ ਦੇ ਵਿੱਚ ਫਸਿਆ। ਹਜੂਰ ਦੇ ਦਰਸ਼ਨ ਕਰਦਿਆਂ ਹੀ ਨਿਹਾਲ ਹੋਇਆ। ਹਜੂਰ ਨੇ ਕਿਰਪਾ ਕੀਤੀ, ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਸਾਨੂੰ ਗਿਆਨ ਹੋ ਆਵੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਰਮਾਇਆ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸਿਫਤ ਕਰੋ, ਭਟੋ ਤੁਹਾਨੂੰ ਗਿਆਨ ਹੋ ਆਵੇਗਾ। ਹਜੂਰ ਸਾਨੂੰ ਸਿਫਤ ਨਹੀਂ ਕਰਨੀ ਆਉਂਦੀ। ਉਸ ਸਮੇਂ 9 ਸਵਈਏ ਹਜੂਰ ਨੇ ਉਚਾਰੇ ਸੀ, ਜਿਸ ਵਿੱਚ ਪਾਰ ਬ੍ਰਹਮ ਦਾ ਰੂਪ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਿਸ ਤਰ੍ਹਾਂ ਹਜੂਰ ਨੇ ਦਰਸਾਇਆ ਸੀ, ਸਾਧ ਸੰਗਤ ਜੀ ਗਿਆਨ ਹੋ ਆਇਆ ਸੀ। ਫਿਰ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਮੋਹ ਨਹੀਂ ਨਾਸ ਹੁੰਦਾ। ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਜਿਸ ਤਰ੍ਹਾਂ ਸਵਈਏ ਉਚਾਰਨ ਕੀਤੇ ਸੀ, ਕਾਚੀ ਦੇਹ ਮੋਹ ਫੁਨ ਬਾਂਦੀ, 60 ਕਠੋਰ ਕੁਚੀਲ ਕੋ ਗਿਆਨੀ। ਮਹਾਰਾਜ ਜੀ ਕਹਿੰਦੇ ਹਨ, ਭੱਟੋ ਇਹ ਕੱਚੀ ਦੇਹ ਹੈ, ਕਿਤੇ ਵੀ ਨਾਸ਼ ਹੋ ਸਕਦੀ ਹੈ, ਮੋਹ ਦੇ ਵਿੱਚ ਬੰਨੀ ਹੋਈ ਹੈ। ਮੋਹ ਕਰਕੇ ਜੀਵ ਇਹ ਸੰਸਾਰ ਨਾਲ ਜੁੜਿਆ ਹੈ। 60 ਕਠੋਰ ਕੁਚੀਲ ਕੋ ਗਿਆਨੀ, ਜਿਸ ਤਰ੍ਹਾਂ 60 ਹੋ ਚੁੱਕਾ ਹੈ, ਮੂਰਖ ਬਣ ਚੁੱਕਾ ਹੈ ਜੀਵ, ਹਿਰਦੇ ਕਰਕੇ ਕਠੋਰ ਹੋ ਚੁੱਕਿਆ ਹੈ। ਮਿੱਠੇ ਤਾਂ ਬਚਨ ਬੋਲਦਾ ਹੀ ਨਹੀਂ, ਕੁਚੀਲ ਇੰਦਰੀਆਂ ਕਰਕੇ ਕੁਚੀਲ ਹੋ ਗਿਆ ਹੈ। ਕੋ ਗਿਆਨੀ, ਮਾੜਾ ਗਿਆਨ ਪਤਾ ਨਹੀਂ ਇਹਨੂੰ ਕਿਹਨੇ ਦੇ ਦਿੱਤਾ ਹੈ। ਝੂਠੀਆਂ ਜਿਸ ਤਰ੍ਹਾਂ ਸਾਧ ਸੰਗਤ ਜੀ ਚਰਚਾਵਾਂ ਵਿੱਚ ਪਿਆ ਰਹਿੰਦਾ ਹੈ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜਿਹੜੀ ਮਾਇਆ ਦੇ ਕਰਕੇ ਰਾਤ ਦਿਨ ਧੌਂਦਾ ਹੈ, ਮਹਾਰਾਜ ਜੀ ਕਹਿੰਦੇ ਹਨ ਭ੍ਰਮਦਾ ਹੈ, ਪਰ ਉਹ ਰਹਿਣ ਨਹੀਂ ਪਾਵਤ। ਇਹਦੇ ਪਾਸ ਉਹ ਰਹਿੰਦੀ ਵੀ ਨਹੀਂ, ਪਰ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਹਜੂਰ ਦੇ ਦਰਬਾਰ ਦੀ ਮਰਿਆਦਾ ਨਹੀਂ ਜਾਨੀ, ਹਜੂਰ ਦੇ ਨਾਮ ਦੀ ਮਰਿਆਦਾ ਨਹੀਂ ਜਾਨੀ। ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਵੱਡੋ ਅਭਿਮਾਨੀ। ਮਹਾਰਾਜ ਜੀ ਕਹਿੰਦੇ ਹਨ, ਇਸ ਜੋਬਨ ਦੇ, ਇਸ ਸੁੰਦਰ ਰੂਪ ਦੇ ਨਸ਼ੇ ਦੇ ਵਿੱਚ ਮਾਤਾ ਮਸਤ ਹੋਇਆ ਫਿਰਦਾ ਹੈ। ਜੋਬਨ, ਮਹਾਰਾਜ ਜੀ ਕਹਿੰਦੇ ਹਨ, ਫਿਰ ਰੂਪ, ਇਹ ਜਿਹੜੇ ਰੂਪ ਦਾ ਮਾਣ ਕਰਦੇ ਹਨ, ਮਾਇਆ ਦਾ ਮਾਣ ਕਰਦੇ ਹਨ। ਵਿਚਰਤ ਬਿਕਲ, ਬੜਾ ਬਿਕਲ ਜਿਹਾ ਹੋ ਕੇ ਵਿਚਰਦਾ ਹੈ, ਦੁੱਖ ਭਰਿਆ, ਪਰ ਵੱਡੋ ਅਭਿਮਾਨੀ, ਫਿਰ ਵੀ ਅਹੰਕਾਰ ਨਹੀਂ ਛੱਡਦਾ। ਹਜੂਰ ਨੇ ਭੱਟਾਂ ਨੂੰ ਦੱਸਿਆ ਸੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਯਹ ਮੀਠੀ ਜੀਹ ਮਾਹੇ ਹਤਾਨੀ। ਹਜੂਰ ਫਰਮਾਉਂਦੇ ਹਨ, ਪਰਾਏ ਦਾ ਧਨ, ਪਰਾਏ ਦਾ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਪਰ ਧਨ ਪਰ ਅਪਵਾਦ, ਪਰਾਏ ਝਗੜਿਆਂ ਦੇ ਵਿੱਚ, ਪਰ ਨਾਰ ਨਿੰਦਾ, ਇਸੇ ਤਰ੍ਹਾਂ ਇਸਤਰੀ ਦੇ ਵਿੱਚ ਤੇ ਨਿੰਦਾ ਦੇ ਵਿੱਚ ਮਹਾਰਾਜ ਜੀਆਂ ਨੇ ਕਿਹਾ ਸੀ, ਭੱਟੋ ਇਹ ਜੀਵ ਲੱਗ ਗਿਆ ਹੈ। ਯਹ ਮੀਠੀ ਜੀ ਮਾਹੇ ਹਤਾਨੀ।
ਬੜੀ ਮਿੱਠੀ ਲੱਗਦੀ ਹੈ, ਇਸ ਨੂੰ ਪਰਾਇਆ ਧਨ। ਇਸੇ ਤਰ੍ਹਾਂ ਹਜੂਰ ਦੇ ਅੱਗੇ ਜਿਸ ਤਰ੍ਹਾਂ ਹਜੂਰ ਦੇ ਅੱਗੇ ਅਰਦਾਸ ਕੀਤੀ ਸੀ, ਹਜੂਰ ਜੀਵਾਂ ਦਾ ਭਲਾ ਕਿਵੇਂ ਹੋਵੇ, ਬਲ ਬੰਚ ਛਪ ਕਰਤ ਉਪਾਵਾ, ਪੇਖਤ ਸੁਣਤ ਪ੍ਰਭ ਅੰਤਰ ਜਾਮੀ। ਭਟੋਏ ਮਨ ਦੇ ਵਿੱਚ ਸਦਾ ਆਪਣੇ ਗੱਲ ਨੂੰ ਗ੍ਰਹਿਣ ਕਰਕੇ ਰੱਖਿਓ। ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਖਦਾ ਹੈ, ਸਭ ਸੁਣਦਾ ਹੈ। ਮਹਾਰਾਜ ਜੀਆਂ ਨੇ ਫਰਮਾਇਆ ਸੀ, ਸੀਲ ਧਰਮ ਦਇਆ ਸੁਚ ਨਾਸਤ, ਆਇਓ ਸਰਣ ਜੀ ਕੇ ਦਾਨੀ, ਕਾਰਨ ਕਰਨ ਸਮਰੱਥ ਸ੍ਰੀ ਧਰ, ਰਾਖ ਲਿਹੋ ਨਾਨਕ ਕੇ ਸੁਆਮੀ। ਭੱਟਾਂ ਨੂੰ ਅਰਦਾਸ ਕਰਨ ਦੀ ਵਿਧੀ ਹਜੂਰ ਨੇ ਦੱਸੀ ਸੀ, ਸਾਨੂੰ ਵੀ ਹਜੂਰ ਸਾਧ ਸੰਗਤ ਜੀ ਉਹੀ ਵਿਧੀ ਦੱਸਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਅਰਦਾਸ ਕਰਿਆ ਕਰ ਹਜੂਰ ਦੇ ਅੱਗੇ, ਕਾਰਨ ਕਰਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਕਾਰਨਾਂ ਦੇ ਕਰਤੇ ਹਨ। ਕਿਹੜਾ ਕਾਰਜ ਹੈ ਜੋ ਹਜੂਰ ਤੋਂ ਨਹੀਂ ਹੋ ਸਕਦਾ? ਕਾਰਨ ਕਰਨ ਸਮਰੱਥ ਸ੍ਰੀ ਧਰ, ਸਮਰੱਥ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਮਾਇਆ ਦੇ ਵੀ ਪਤੀ ਹਨ। ਰਾਖ ਲਿਹੋ ਨਾਨਕ ਕੇ ਸੁਆਮੀ। ਹਜੂਰ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਨੂੰ ਵੀ ਰੱਖ ਲਵੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਕਿਰਪਾ ਕੀਤੀ ਹੈ, ਕਹੋ ਨਾਨਕ ਗੁਣ ਤਾਕੇ ਗਾਏ। ਉਸ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਣ ਗਾਇਆ ਕਰ, ਜਿਨ੍ਹਾਂ ਸਤਿਗੁਰਾਂ ਦਾ ਨਾਮ ਉਚਾਰਨ ਨਾਲ ਹੀ ਸਭ ਦੁੱਖ ਦੂਰ ਹੋ ਜਾਂਦੇ ਹਨ। ਅੱਜ ਸਾਧ ਸੰਗਤ ਜੀ ਇਸ ਤੋਂ ਅੱਗੇ ਜਿਸ ਤਰ੍ਹਾਂ ਹਜੂਰ ਸਾਰੰਗ ਰਾਗ ਵਿੱਚ ਕਿਰਪਾ ਕਰਨਗੇ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਹੋ ਗਈਆਂ ਹੋਣਗੀਆਂ। ਹਜੂਰ ਬਖਸ਼ਣ ਯੋਗ ਹਨ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬਾਰੇ ਅੰਤ ਕੀ ਹੋਏ ਸਹਾਏ,